ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਜੋ ਕੁਝ 2022 ਦੀਆਂ ਚੋਣਾਂ ਤੋਂ ਪਹਿਲਾਂ ਤਮਾਮ ਸੂਬਿਆਂ ਦੇ ਵਿੱਚ ਹੋ ਰਿਹਾ, ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਵਿਰੋਧ ਦੇ ਵਿੱਚ ਕਿਸਾਨ ਉਤਰੇ ਹੋਏ ਨੇ, ਕਿਸਾਨਾਂ ਦੇ ਵੱਲੋਂ ਜਿੱਥੇ ਕਾਂਗਰਸੀ ਵਿਧਾਇਕਾਂ ਦਾ ਜਾਂ ਅਕਾਲੀ ਦਲ ਦੇ ਨੁਮਾਇੰਦਿਆਂ ਦਾ ਜਾਂ ਭਾਜਪਾ ਵਾਲਿਆਂ ਦਾ ਪਹਿਲੇ ਨੰਬਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ, ਉਹਦੇ ਵਿੱਚ ਅਨਿਲ ਜੋਸ਼ੀ ਹੋਣਾ ਨੂੰ ਪਾਰਟੀ ਵਿੱਚੋਂ ਬਾਹਰ ਕੱਢਣਾ, ਇਸ ਦੇ ਪਿੱਛੇ ਦੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਦੂਜਾ ਇਹ ਕਿ ਯੂਪੀ ਦੇ ਵਿੱਚ 2022 ਦੀਆਂ ਚੋਣਾਂ ਹੋਣੀਆਂ, ਉਹ ਤੋਂ ਪਹਿਲਾਂ ਬਲਾਕ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ, ਪਰ ਉਹਦੇ ਵਿਚਾਲੇ ਜੋ ਉੱਥੇ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ, ਉਹ ਵੀ ਇੱਕ ਚਰਚਾ ਦਾ ਵਿਸ਼ਾ। ਵੀਡੀਓ ਵਾਇਰਲ ਹੋਈ, ਇੱਕ ਔਰਤ ਦੀ ਸਾੜੀ ਨੂੰ ਖਿੱਚ ਦਿੱਤਾ ਗਿਆ। ਆਖਿਰਕਾਰ ਯੂਪੀ ਦੇ ਵਿੱਚ ਸਰਕਾਰ ਇਹ ਕਹਿੰਦੀ ਹੈ, ਮੋਦੀ ਸਰਕਾਰ ਦਾ ਕਹਿਣਾ ਹੈ ਕਿ ਯੋਜਨਾਵਾਂ ਜਿਹੜੀਆਂ ਯੋਗੀ ਸਰਕਾਰ ਦੀਆਂ ਨੇ ਉਹਨਾਂ ਦੀ ਜਿੱਤ ਹੋਈ ਹੈ, ਪਰ ਆਖਿਰਕਾਰ ਇਹਦੇ ਪਿੱਛੇ ਕੀ ਹੈ? ਕਿਉਂ 2022 ਚੋਣਾਂ ਤੋਂ ਪਹਿਲਾਂ ਕੀ ਕੋਈ ਬੌਖਲਾਹਟ ਹੈ? ਇਸ ਉੱਤੇ ਵੀ ਸਵਾਲ ਉੱਠਦੇ ਨੇ। ਪੱਛਮੀ ਬੰਗਾਲ ਵਿੱਚ ਜੋ ਹਸ਼ਰ ਹੋਇਆ, ਕਿ ਯੂਪੀ ਦੇ ਵਿੱਚ ਇਹ ਹਸ਼ਰ ਹੋਣ ਦੀ ਉਮੀਦ ਹੈ। ਪੰਜਾਬ ਦੇ ਵਿੱਚ ਤਾਂ ਇੱਕ ਵੀ ਸੀਟ ਆਉਂਦੀ ਜਿਹੜੀ ਹੈ ਉਹ ਲੋਕ ਕਹਿੰਦੇ ਨੇ ਕਿ ਨਜ਼ਰ ਨਹੀਂ ਆ ਰਹੀ, ਪਰ ਯੂਪੀ ਦੇ ਵਿੱਚ ਜਿਸ ਤਰ੍ਹਾਂ ਦਾ ਯੋਗੀ ਰਾਜ ਹੈ, ਉੱਥੇ ਇਸ ਤਰ੍ਹਾਂ ਕਿਉਂ ਹੈ? ਕਿਉਂ ਸਾੜੀਆਂ ਖਿੱਚੀਆਂ ਜਾਂਦੀਆਂ ਜਾਂ ਚੋਣਾਂ ਨੂੰ ਹਥਿਆਉਣ ਦੇ ਲਈ ਕਿਉਂ ਗੁੰਡਾਗਰਦੀ ਦਾ ਜਿਹੜਾ ਉਹ ਤਰੀਕਾ ਵਰਤਿਆ ਜਾਂਦਾ, ਇਸ ਉੱਤੇ ਵੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਇੱਧਰ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਵਿਧਾਇਕ ਦਲਬੀਰ ਸਿੰਘ ਗੋਲਡੀ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਦੀ ਪਤਨੀ ਦੇ ਇੱਕ ਪਿੰਡ ਦੇ ਵਿੱਚ ਵਿਰੋਧ ਹੋਇਆ। ਕਾਫੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ, ਉਹਦੇ ਉੱਤੇ ਵੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਨਾਲੋਂ ਨਾਲ ਖਬਰ ਹੋਏਗੀ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੀਆਂ ਜਿਹੜੀਆਂ ਸੁਰਾਂ ਬਦਲੀਆਂ ਨੇ, ਕੈਪਟਨ ਸਾਹਿਬ ਦੀ ਇੱਧਰ ਕੈਬਨਿਟ ਦਾ ਵਿਸਤਾਰ ਕਹਿੰਦੇ ਹੋਣਾ, ਸ਼ਾਇਦ ਕਈਆਂ ਦੇ ਮਹਿਕਮੇ ਬਦਲ ਦੇਣੇ ਨੇ, ਕਈਆਂ ਨੂੰ ਕੈਬਨਿਟ ਦੇ ਵਿੱਚ ਰੀਸ਼ਫਲ ਹੋਣਾ, ਉਹ ਸਭ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ, ਉਹਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੀਆਂ ਸੁਰਾਂ, ਜਿਸ ਤਰੀਕੇ ਨਾਲ ਕੇਜਰੀਵਾਲ ਸਰਕਾਰ ਨੂੰ ਉਹਨਾਂ ਨੇ ਘੇਰਿਆ, ਤੇ ਇਧਰਲੇ ਪਾਸੇ ਪੰਜਾਬ ਦੀ ਸਿਆਸਤ ਵਿੱਚ ਵੀ ਹਲਚਲ ਹੁਣ ਦੇਖਣ ਨੂੰ ਮਿਲ ਰਹੀ ਹੈ ਕਿ ਸਿੱਧੂ ਸਾਹਿਬ ਹੁਣ ਕੀ ਕਰਨਗੇ, ਕਿਉਂਕਿ ਪਹਿਲਾਂ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ। ਇਸ ਉੱਤੇ ਵੀ ਗੱਲਬਾਤ ਕਰਾਂਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਾ ਨੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਡੀਐਨਏ ਕਰਵਾਉਣ ਦੀ ਗੱਲ ਕਹੀ। ਕਹਿੰਦੇ ਇਰਾਨੀ ਡੀਐਨਏ ਹੋ ਸਕਦਾ। ਉਹਦੇ ਉੱਤੇ ਮਦਨ ਮੋਹਨ ਮਿੱਤਲ ਜਿਹੜੇ ਬੀਜੇਪੀ ਦੇ ਸੀਨੀਅਰ ਲੀਡਰ ਨੇ, ਉਹਨਾਂ ਨੇ ਜਥੇਦਾਰ ਸਾਹਿਬ ਦੇ ਉੱਤੇ ਵੀ ਤੰਜ ਕੱਸਿਆ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਲੋਕ ਰਾਜ ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ ਜੇ ਆਪਾਂ ਯੂਪੀ ਦੇ ਲਖੀਮਪੁਰ ਤੋਂ ਭਾਜਪਾ ਦੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੋ ਕੁਝ ਉੱਥੇ ਹੋ ਰਿਹਾ, ਜਿਸ ਤਰੀਕੇ ਦੇ ਨਾਲ ਚੋਣਾਂ ਉੱਤੇ ਕਬਜ਼ਾ ਜਾਂ ਬੂਥ ਉੱਤੇ ਕਬਜ਼ਾ, ਜਾਂ ਜਿਸ ਤਰੀਕੇ ਦੀਆਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ, ਸਾੜੀਆਂ ਖਿੱਚਣਾ, ਔਰਤਾਂ ਨੂੰ ਬੇਪਤ ਕਰਨਾ, ਇਹਨੂੰ ਕਿੱਦਾਂ ਦੇਖਦੇ ਹੋ? 2022 ਦਾ ਟ੍ਰੇਲਰ ਹੈ, ਉਸ ਤੋਂ ਪਹਿਲਾਂ ਜੋ ਕੁਝ ਹੋਣਾ ਤੇ ਹੋ ਰਿਹਾ। ਬਿਲਕੁਲ ਸੁਖਵਿੰਦਰ, ਜਿੱਦਾਂ ਪਾਵਰ ਹੈਗੀ ਨਾ, ਨਾਲ ਨਾਲ ਦਿਖਾਈ ਜਾ ਰਹੀ ਹੈ ਕਿ ਜਿਹੜੀ ਚੋਣ ਹੈਗੀ ਹੈ ਉਹ ਸੱਤਾ ਦੇ ਵਿੱਚ ਤਾਂ ਕਾਬਜ਼ ਧਿਰ ਹੈ ਜਿਹੜੀ, ਉਹ ਕਿਸੇ ਵੀ ਤਰੀਕੇ ਹਰ ਹਾਲ ਦੇ ਵਿੱਚ ਐ ਕਹਿ ਲਓ ਕਿ ਛੋਟੀ ਤੋਂ ਲੈ ਕੇ ਵੱਡੀ ਚੋਣ ਤੱਕ ਉਹ ਜਿੱਤਣ ਲਈ ਕੋਈ ਵੀ ਹਰਬਾ ਵਰਤ ਸਕਦੀ ਹੈ। ਇੱਕ ਜਿਹੜਾ ਹੁਣ ਤੁਸੀਂ ਟ੍ਰੇਲਰ ਦਾ ਨਾਮ ਲਿਆ, ਉਹ ਸਹੀ ਗੱਲ ਤਾਂ ਇਹੀ ਆ, ਇਹ ਸਹੀ ਮਾਇਨਿਆਂ ਦੇ ਵਿੱਚ ਕਿਹਾ ਜਾ ਸਕਦਾ। ਲੋਕਾਂ ਦੇ ਵਿੱਚ ਪਹਿਲਾਂ ਦੇਖੋ ਟ੍ਰੈਂਡ ਕੁਝ ਹੋਰ ਹੁੰਦਾ ਸੀ, ਲੋਕਾਂ ਦੇ ਵਿੱਚ ਰੁਝਾਨ ਕੁਝ ਹੋਰ ਹੁੰਦਾ ਸੀ ਚੋਣਾਂ ਦਾ, ਪੋਲੀਟੀਸ਼ੀਅਨਾਂ 'ਚ ਰੁਝਾਨ ਕੁਝ ਹੋਰ ਹੁੰਦਾ ਸੀ, ਤੇ ਜਿਹੜੇ ਵਰਕਰ ਹੁੰਦੇ ਸੀ ਉਹਨਾਂ ਦੇ ਵਿੱਚ ਕੁਝ ਹੋਰ ਹੁੰਦਾ ਸੀ। ਆਮ ਲੋਕਾਂ ਦੀ ਗੱਲ ਕਰਦੇ ਆਪਾਂ, ਤੇ ਕਿਤੇ ਵੀ ਪੰਜਾਬ ਹੋਵੇ, ਹਰਿਆਣਾ ਹੋਵੇ, ਹਿਮਾਚਲ ਹੋਵੇ, ਜਾਂ ਰਾਜਸਥਾਨ, ਗੁਜਰਾਤ ਵਰਗੇ, ਯੂਪੀ ਵਰਗੇ ਸਟੇਟਾਂ ਦੇ ਵਿੱਚ ਦੇਖਿਆ ਜਾਂਦਾ ਤਾਂ ਰੁਝਾਨ ਕੁਝ ਹੋਰ ਹੁੰਦੇ ਸੀਗੇ। ਹੁਣ ਹਰ ਇੱਕ ਪਾਰਟੀ ਚਾਹੁੰਦੀ ਹੈ ਕਿ ਸੱਤਾ ਦੇ ਵਿੱਚ ਕਾਬਜ਼ ਹੋਇਆ ਜਾਵੇ, ਸੱਤਾ ਹਾਸਲ ਕਰ ਲਈ ਜਾਵੇ। ਸੱਤਾ ਦੇ ਵਿੱਚ ਸੁੱਖ ਬੜੇ ਹੁੰਦੇ ਨੇ, ਪੈਸਾ ਲੁੱਟਣ ਨੂੰ ਹੁੰਦਾ ਹੈ, ਚੌਧਰ ਹੁੰਦੀ ਹੈ ਭੋਕੀ, ਤੇ ਸਲੂਟ ਮਾਰਨ ਨੂੰ IAS PCS ਅਫਸਰ ਵੀ ਵਿਚਾਰੇ ਸਲੂਟ ਮਾਰਦੇ ਨੇ, ਪੜ੍ਹੇ ਲਿਖੇ ਜਿਹੜੇ ਹੁੰਦੇ ਨੇ, ਜਿਨ੍ਹਾਂ ਨੇ ਮਿਹਨਤਾਂ ਕਰਕੇ ਉਹਦੇ ਲਏ ਹੁੰਦੇ ਨੇ। ਪੁਲਿਸ ਹੁੰਦੀ ਹੈ ਰੱਖਿਆ ਦੇ ਲਈ, ਤੇ ਸੇਵਾ ਲਈ ਬਥੇਰੇ ਨੌਕਰ ਚਾਕਰ, ਉਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਲਈ ਹੀ ਕੀਤਾ ਜਾਂਦਾ। ਸੁਖਵਿੰਦਰ ਜੀ, ਕੋਈ ਲੋਕਾਂ ਦੀ ਸੇਵਾ ਜਾਂ ਇਹੋ ਜਿਹੀ ਕੋਈ ਭਾਵਨਾ ਰੱਖ ਕੇ ਚੋਣਾਂ ਨਹੀਂ ਲੜੀਆਂ ਜਾਂਦੀਆਂ ਅੱਜ ਕੱਲ੍ਹ। ਤਾਂ ਉਸੇ ਟ੍ਰੈਂਡ ਦੇ ਵਿੱਚ ਜਿਹੜਾ ਹੈਗਾ ਇਹ ਚੋਣਾਂ ਲੜਨ ਦਾ ਰੁਝਾਨ ਵੀ ਬਦਲ ਗਿਆ। ਹੁਣ ਹਰ ਇੱਕ ਪਾਰਟੀ ਇਹ ਕਹਿੰਦੀ ਕਿ ਜਦੋਂ ਖਾਸ ਕਰ ਜਿਹੜੀ ਸੱਤਾ ਦੇ ਕਾਬਜ਼ ਹੁੰਦੇ ਧਿਰ ਕੇ ਕੋਈ ਤਰੀਕਾ ਅਪਣਾਓ, ਕੋਈ ਵੀ ਹਰਬਾ ਕਰੋ ਕਿਸੇ ਤਰ੍ਹਾਂ ਦਾ ਵੀ, ਚਾਹੇ ਪੈਸੇ ਦਿਓ, ਸਹੂਲਤਾਂ ਦਿਓ, ਨੇੜੇ ਜਾ ਕੇ ਜਮਾਂ ਹੀ 1-2 ਮਹੀਨਿਆਂ ਦੇ ਲਈ, ਤੇ ਜੇ ਨਹੀਂ ਕੋਈ ਕਾਬੂ ਆਉਂਦਾ ਤਾਂ ਏਦਾਂ ਦੀਆਂ ਘਟਨਾਵਾਂ, ਗੋਲੀਬਾਰੀ ਤੱਕ ਹੋ ਜਾਂਦੀਆਂ, ਜਾਨ ਲੈ ਲੈਂਦੇ, ਲੱਤਾਂ ਬਾਹਾਂ ਤੋੜ ਦੋ, ਗੁੰਡਾਗਰਦੀ ਕਰੋ, ਪੂਛ ਕੈਪਚਰ ਕਰ ਲਓ।
ਉਹ ਸਾਰਾ ਕੁਝ ਜਿਹੜਾ ਹੈਗਾ ਉਹ ਦੇਖਣ ਨੂੰ ਜਿਵੇਂ ਮਿਲ ਰਿਹਾ ਹੈ ਯੂਪੀ ਦੇ ਵਿੱਚ, ਤੇ ਓਦਾਂ ਪੂਰੇ ਦੇਸ਼ ਦੇ ਵਿੱਚ ਇਹ ਕਹਿ ਲਓ ਕਿ ਦੇਖਣ ਨੂੰ ਮਿਲਦਾ ਹੈ, ਅਕਸਰ ਮਿਲਦਾ ਹੈ। ਉਹ ਉੱਥੇ ਵੀ ਜਿਹੜੀ ਹੈ ਤੁਸੀਂ ਦੇਖ ਹੀ ਰਹੇ ਹੋ, ਜਿਵੇਂ ਸਾੜੀ ਖਿੱਚਣ ਵਰਗੀ ਘਟਨਾ ਵਾਪਰੀ ਹੈ। ਹੁਣ ਸਾਰੇ ਬੰਦੇ ਨਾਰਾਜ਼ਗੀ ਜ਼ਾਹਿਰ ਕਰਦੇ ਨੇ। ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਬੜੇ ਬੜੇ ਬਿਆਨ ਦਾਗ ਰਹੇ ਨੇ। ਹਾਲਾਂਕਿ ਕਾਰਵਾਈ ਕਰਨ ਦਾ ਵੀ ਜਿਹੜਾ ਹੈਗਾ ਉਹ ਇੱਕ ਜਿਹੜਾ ਆਪਾਂ ਕਹਿ ਲਓ ਪ੍ਰੋਸੈਸ ਸ਼ੁਰੂ ਹੋਇਆ ਹੈ। ਮੁਅੱਤਲ ਕਰਤਾ ਕਿਸੇ ਇੰਸਪੈਕਟਰ ਨੂੰ, ਨਾਲ ਹੀ ਇੱਕ ਸਿਪਾਹੀ ਨੂੰ ਕਰਤਾ, ਹੋਰ 10 ਜਣਿਆਂ ਦੇ ਪਰਚਾ ਦੇਤਾ। ਗੱਲ ਉਹ ਨਹੀਂ ਹੈਗੀ, ਗੱਲ ਹੈਗੀ ਹੈ ਕਿ ਇਹ ਚੀਜ਼ ਦੀ ਨੌਬਤ ਕਿਉਂ ਆਈ। ਜੇ ਤੁਸੀਂ ਸੱਚੀ ਮੁੱਚੀ ਕੰਮ ਕੀਤੇ ਹੋਣ, ਜੇ ਤੁਸੀਂ ਲੋਕਾਂ ਦੀ ਭਲਾਈ ਲਈ ਕੰਮ ਕੀਤਾ, ਜੇ ਸੱਚੀ ਮੁੱਚੀ ਲੋਕਤੰਤਰ ਤੁਸੀਂ ਦਿਖਾਇਆ ਲੋਕਾਂ ਨੂੰ, ਤਾਂ ਆਹ ਚੀਜ਼ਾਂ ਦੀ ਨੌਬਤ ਕਿਉਂ ਆਉਂਦੀ ਹੈ? ਆਉਣੀ ਨਹੀਂ ਚਾਹੀਦੀ। ਲੋਕ ਜਾਂ ਐ ਕਹੋ ਕਿ ਲੋਕ ਤੁਹਾਡੀਆਂ ਗੱਲਾਂ ਨੂੰ ਸਮਝਦੇ ਨਹੀਂ, ਤੇ ਜਾਂ ਐ ਕਹੋ ਕਿ ਜਿਹੜੀਆਂ ਪਾਲਿਸੀਜ਼ ਤੁਸੀਂ ਚੋਣਾਂ ਤੋਂ ਪਹਿਲਾਂ ਦਾਅਵੇ ਕਰਦੇ ਹੋ ਲੋਕਾਂ ਦੇ ਨਾਲ, ਜਾਂ ਉਹਨਾਂ ਨੂੰ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਸਬਜ਼ ਬਾਗ ਜਿਹੜੇ ਤੁਸੀਂ ਦਿਖਾਉਂਦੇ ਹੋ, ਸੁਪਨੇ ਦਿਖਾਉਂਦੇ ਹੋ, ਉਹਨਾਂ ਤੇ ਖਰੇ ਨਹੀਂ ਉਤਰਦੇ। ਲੋਕਾਂ ਲਈ ਕੀਤਾ ਕੁਛ ਨਹੀਂ ਹੁੰਦਾ, ਤੇ ਬਾਅਦ ਵਿੱਚ ਉਹਨਾਂ ਨੂੰ ਡਰਾਉਂਦੇ ਹੋ। ਪਹਿਲਾਂ ਇੱਕ ਰੁਝਾਨ ਹੋਰ ਵੀ ਸੀਗਾ ਪਹਿਲਾਂ ਕਿ ਪਰਚੇ ਦਰਜ ਕਰਦੇ ਜਾਂਦੇ ਸੀ ਝੂਠੇ ਸੱਚੇ, ਤੇ ਲੋਕਾਂ ਨੂੰ ਡਰਾਇਆ ਜਾਂਦਾ ਸੀ। ਪੁਲਿਸ ਦਾ ਡਰ ਹੁੰਦਾ ਸੀ ਕਿ ਅੰਦਰ ਜਾਣਾ ਪਊਗਾ, ਹਿਰਾਸਤ ਵਿੱਚ ਲੈ ਲੂ, ਗ੍ਰਿਫਤਾਰ ਕਰ ਲੂ ਪੁਲਿਸ। ਆ ਜਿਹੜੇ ਗੁੰਡੇ ਪਾਲ ਰੱਖੇ ਨੇ ਸੁਖਵਿੰਦਰ ਜੀ, ਇਹਨਾਂ ਦਾ ਕੰਮ ਇਹੀ ਆ ਹੁਣ, ਇਹ ਵੀ ਲੋਕਾਂ ਨੂੰ ਕੁੱਟੋ ਮਾਰੋ, ਤੇ ਜਿਹੜੀਆਂ ਵੱਡੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਦਿਖਾ ਦਿਓ ਕਿ ਆਹ ਚੀਜ਼ ਹੋਣੀ ਆ। ਆਪਾਂ ਹੁਣ 1 ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਭਿਆਨਕ ਕਹਿ ਦਿਓ ਹਿੰਸਾ ਹੋਈ ਆ ਉੱਥੇ, ਤੇ ਚੋਣਾਂ ਜਿੱਤਣ ਦੀ ਖੁਸ਼ੀ ਦੇ ਵਿੱਚ ਮੋਦੀ ਵਧਾਈ ਦਿੰਦੇ ਨਾਲ ਕਹਿੰਦੇ ਕਿ ਯੋਗੀ ਦੀਆਂ ਯੋਜਨਾਵਾਂ ਨੇ। ਹੁਣ ਯੋਜਨਾਵਾਂ ਤਾਂ ਆਹੀ ਨੇ ਫਿਰ, ਕਿ ਕਿਵੇਂ ਚੋਣ ਜਿੱਤਣੀ ਹੈ। ਇਹ ਯੋਜਨਾਵਾਂ ਨੂੰ ਅਪਣਾਇਆ ਜਾਣਾ ਚਾਹੀਦਾ ਫਿਰ ਅੱਗੇ ਵਿਧਾਨ ਸਭਾ ਦੇ ਵਿੱਚ, ਤੇ ਅਪਣਾਇਆ ਜਾਊਗਾ ਵੀ ਇਹਨਾਂ ਵੱਲੋਂ। ਤਾਂ ਬਿਲਕੁਲ ਸਿਰਫ ਤੇ ਸਿਰਫ ਆਪਾਂ ਕਹਿ ਲਓ ਕਿ ਹੁਣ ਲੋਕਤੰਤਰ ਦਾ ਨਾਮ ਰਹਿ ਗਿਆ, ਇਲੈਕਸ਼ਨ ਦਾ ਨਾਮ ਰਹਿ ਗਿਆ। ਮਸ਼ੀਨਾਂ ਹਾਈਜੈਕ ਕਰ ਲਈਆਂ ਜਾਂਦੀਆਂ ਨੇ। ਪਹਿਲਾਂ ਉਹ ਬਕਸੇ ਹੀ ਬਦਲ ਲਏ ਜਾਂਦੇ ਸੀ, ਹੁਣ ਮਸ਼ੀਨਾਂ ਬਦਲਦੀਆਂ ਜਾਂਦੀਆਂ ਨੇ। ਤੇ ਜਾਂ ਫਿਰ ਕਹਿ ਲਓ ਕਿ ਜਿੱਦਾਂ ਕਹਿ ਲਓ ਹੈਕਰ ਆਉਂਦੇ ਨੇ, ਉਹ ਹੋ ਜਾਂਦਾ। ਬਹੁਤ ਸਾਰੇ ਇਲਜ਼ਾਮ ਲੱਗਦੇ ਨੇ। ਜੇ ਕਿਤੇ ਕੋਈ ਨਹੀਂ ਮੰਨਦਾ, ਪਤਾ ਲੱਗ ਜਾਂਦਾ ਕਿ ਏਦਾਂ ਦਾ ਕੁਝ ਹੋਣਾ ਨਹੀਂ, ਤਾਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਕੁੱਟਮਾਰ ਕਰ ਲਈ ਜਾਂਦੀ ਹੈ। ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਸਮਰਥਕ ਸੀਗੀ ਜਿਹੜੀ ਉਹ ਔਰਤ ਹੈ, ਜਿਹਨੂੰ ਬੇਪਤ ਕੀਤਾ ਗਿਆ, ਜਿਹਨੂੰ ਉੱਥੇ ਸ਼ਰੇਆਮ ਉੱਥੇ ਉਹਦੀ ਸਾੜੀ ਵਿਚਾਰੀ ਦੀ ਖਿੱਚ ਕੇ ਉਸਨੂੰ ਬੇਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਉਹ ਨਾ ਇੱਕ ਪਾਸੇ ਤਾਂ ਤੁਸੀਂ ਬਿਆਨ ਦੇਣ ਦੇ ਉੱਤੇ ਹੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੰਦੇ ਹੋ, ਜੇ ਕੋਈ ਬੰਦਾ ਬਿਆਨ ਦਿੰਦਾ ਜਾਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ, ਤੇ ਇੱਕ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੰਦੇ ਆ, ਤੇ ਦੂਜੇ ਪਾਸੇ ਆਹ ਜਿਹੜਾ ਤੁਹਾਡਾ ਅਸਲ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਕੋਈ ਕਰਦਾ ਕਿ ਏਦਾਂ ਉਹਨੂੰ ਬੇਪਤ ਕਰ ਰਹੇ ਤੁਸੀਂ ਸੜਕ ਦੇ ਉੱਤੇ। ਔਰਤ ਦੀ ਰਾਖੀ ਕਿੱਥੇ ਰਹੀ ਹੈ ਫਿਰ? ਤੇ ਖਾਸ ਕਰ ਇਹਨਾਂ ਚੋਣਾਂ ਦੇ ਵਿੱਚ ਜਦੋਂ ਲੋਕਤੰਤਰ ਜਿੱਤ ਹੋਣ ਦਾ ਦਾਅਵਾ ਕਰਦੇ ਹੋ, ਤੇ ਯੋਜਨਾਵਾਂ ਇਹ ਯੋਜਨਾਵਾਂ ਨਹੀਂ ਹੁੰਦੀਆਂ ਮੋਦੀ ਸਾਹਿਬ। ਗੱਲ ਤਾਂ ਇਹ ਹੈ ਸੁਖਵਿੰਦਰ ਜੀ ਕਿ ਯੋਜਨਾਵਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਆਹ ਹੁੰਦੀ ਹੈ, ਸਰਕਾਰ ਦੇ ਕੰਮ ਐ ਹੁੰਦੇ ਨੇ। ਪਿਛਲੀਆਂ ਸਰਕਾਰਾਂ ਨੇ ਤਾਂ ਕਰਕੇ ਨਹੀਂ ਦਿਖਾਇਆ। ਇਹ ਕੰਮ ਕਰਕੇ ਲੋਕ ਆਪਣੇ ਆਪ ਮੁਹਾਰੇ ਲਾਈਨਾਂ ਬਣਾ ਕੇ ਖੜਨ, ਵੋਟਾਂ ਪਾਉਣ, ਨਾ ਕਿ ਗੁੰਡਾਗਰਦੀ ਨਾਲ ਜਿੱਤ ਨੂੰ ਤੁਸੀਂ ਸਿਹਰਾ ਦਓ ਕਿਸੇ ਨੂੰ ਕਿ ਆਹ ਜਿੱਤ ਦਾ ਸਿਹਰਾ ਫਲਾਣੇ ਮੰਤਰੀ ਨੂੰ ਜਾਂਦਾ ਜਾਂ CM ਨੂੰ ਜਾਂਦਾ ਜੀ। ਬਿਲਕੁਲ, ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਚੋਣਾਂ ਦਾ ਰੁਝਾਨ ਚੱਲਦਾ, ਆਪਾਂ ਦੇਖ ਰਹੇ ਹਾਂ ਜਦੋਂ ਤੋਂ BJP ਸੱਤਾ ਦੇ ਵਿੱਚ ਆਈ ਹੈ। ਹਾਲਾਂਕਿ ਪਿਛਲੀਆਂ ਸਰਕਾਰਾਂ ਤੋਂ ਵੀ ਉਂਗਲਾਂ ਉੱਠਦੀਆਂ ਰਹੀਆਂ, ਪਰ ਹੁਣ ਜਿਹੜਾ ਸਿਆਸੀ ਮਾਹਰ ਇਹ ਗੱਲ ਕਹਿੰਦੇ ਨੇ ਕਿ ਹੁਣ ਦਾ ਰੁਝਾਨ ਜਿਹੜਾ ਉਹ ਬਿਲਕੁਲ ਬਦਲ ਚੁੱਕਿਆ। ਇੱਥੇ ਲੁੱਟਾਂਗੇ ਵੀ ਤੇ ਕੁੱਟਾਂਗੇ ਵੀ, ਉਸ ਰਣਨੀਤੀ ਦੇ ਉੱਤੇ ਚੱਲਿਆ ਜਾ ਰਿਹਾ। ਇੱਕ ਪਰਵਿੰਦਰ ਜੀ, ਹਰਿਆਣੇ ਦੇ ਵਿੱਚ ਕਿਸਾਨੀ ਅੰਦੋਲਨ ਜਿਸ ਤਰੀਕੇ ਨਾਲ ਚੱਲ ਰਿਹਾ, ਖੱਟਰ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀ ਕਿ ਸਬਰ ਦੀ ਵੀ ਜੀ ਕੋਈ ਹੱਦ ਹੁੰਦੀ ਹੈ, ਕਿਸਾਨਾਂ ਨੂੰ ਉਸੇ ਢੰਗ ਨਾਲ ਜਵਾਬ ਦੇਣ ਦੀਆਂ ਗੱਲਾਂ ਸੀਗੀਆਂ। ਹੁਣ ਜਿਉਂ-ਜਿਉਂ ਕਿਸਾਨ ਉੱਥੇ ਵਿਰੋਧ ਕਰਨ ਜਾਂਦੇ ਨੇ ਤਾਂ ਪੁਲਿਸ ਦੇ ਨਾਲ ਖਿੱਚ ਤੂੰ ਹੱਥੋਂ ਪਾਈ ਜਾ, ਪੁਲਿਸ ਵੱਲੋਂ ਲਾਠੀ ਚਾਰਜ, ਇਹੋ ਜਿਹੇ ਕੇਸ ਜਿਹੜੇ ਨੇ ਉਹ ਹਰਿਆਣੇ 'ਚ ਲਗਾਤਾਰ ਵੱਧ ਰਹੇ ਨੇ। ਕਿਸਾਨਾਂ ਤੇ ਪੁਲਿਸ ਦਾ ਟਕਰਾਅ ਲਗਾਤਾਰ ਵੱਧ ਰਿਹਾ ਕਿ ਪੁਲਿਸ ਵੀ ਹੁਣ ਅੱਗੋਂ ਉਸ ਤਰੀਕੇ ਨਾਲ ਜਵਾਬ ਦੇ ਰਹੀ ਹੈ ਜਿਸ ਤਰੀਕੇ ਨਾਲ ਪੁਲਿਸ ਦਿੰਦੀ ਹੈ। ਕਿਸਾਨ ਆਪਣਾ ਪ੍ਰਦਰਸ਼ਨ ਕਰਦੇ ਨੇ, ਪਰ ਪੁਲਿਸ ਆਪਣਾ ਡੰਡੇ ਤੰਤਰ ਦੇ ਨਾਲ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰਦੀ ਹੈ। ਸੁਖਵਿੰਦਰ ਜੀ, ਜਿਹੜੀ ਪੁਲਿਸ ਹੈ ਉਹਦੇ ਵਿੱਚ ਕਿਹੜਾ ਕਿਸਾਨਾਂ ਦੇ ਬੱਚੇ ਨਹੀਂ ਹੈਗੇ ਜਾਂ ਕਿਸਾਨ ਨਹੀਂ ਹੈਗੇ? ਇਹ ਸਰਕਾਰ ਦੀ ਪਾਲਿਸੀ ਹੈ। ਹੁਣ ਜੇ ਇੱਕ ਧਿਰ ਸ਼ਾਂਤ ਬੈਠੀ ਹੈ, ਉਹਦੇ ਤੇ ਜਾ ਕੇ ਤੁਸੀਂ ਡੰਡਾ ਮਾਰੋਗੇ ਤੇ ਬਾਅਦ ਚ ਕਹਿ ਦੋਗੇ ਕਿ ਇਹ ਪੁਲਿਸ ਨਾਲ ਭਿੜੇ, ਕਿਸਾਨ ਭਿੜੇ, ਉਹ ਤਾਂ ਗੱਲ ਗਲਤ ਹੋ ਗਈ ਨਾ। ਉਹ ਬੈਠੇ ਹੋਣ ਤੇ ਜੇ ਉਹ ਨੇੜੇ ਆਉਂਦੇ ਨੇ, ਤੁਸੀਂ ਆਪ ਬੈਰੀਕੇਡ ਸਿੱਟ ਦੋ ਜਾਂ ਆਪ ਧੱਕਾ ਮੁੱਕੀ ਤੇ ਉਤਰ ਆਓ,
ਉਹਦਾ ਫਿਰ ਗੱਲ ਤਾਂ ਇਹੀ ਹੈ ਕਿ ਆਪ ਤੁਸੀਂ ਜਾ ਰਹੇ ਹੋ ਤੇ ਨਾਮ ਕਿਸਾਨਾਂ ਦਾ ਲੱਗ ਰਿਹਾ। ਇਹ ਤਾਂ ਇੱਕ ਸਰਕਾਰ ਦੀ ਪਾਲਿਸੀ ਹੈ ਕਿ ਜਿੱਥੇ ਕਿਸਾਨ ਦਿਖਦੇ ਆ, ਖੜੇ ਹੁੰਦੇ ਆ, ਇਕੱਠ ਹੁੰਦੇ ਆ, ਉੱਥੇ ਭਿੜ ਜਾਓ। ਪੁਲਿਸ ਨੂੰ ਇਸ਼ਾਰਾ ਹੁੰਦਾ ਕਿ ਤੁਸੀਂ ਆਹ ਕੰਮ ਕਰਨਾ ਹੈ। ਉਹ ਹੁਣ ਨੌਕਰੀ ਦੇ ਬੱਧੇ ਹੋਏ ਆ, ਅਫਸਰਾਂ ਦੀ ਸੁਣਨੀ ਪੈਂਦੀ ਹੈ, ਅਫਸਰ ਪੋਲੀਟੀਸ਼ੀਅਨਾਂ ਦੇ ਬੱਧੇ ਹੁੰਦੇ ਨੇ, ਉਹਨਾਂ ਦੀ ਸੁਣਨੀ ਪੈਂਦੀ ਹੈ, ਕਿਤੇ ਨਾ ਕਿਤੇ ਕੋਈ ਸੁਰਮਿਲਰੀ ਹੁੰਦੀ ਹੈ ਕਈਆਂ ਦੀ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਕਰਨ ਤੇ ਉਤਰ ਗਈ ਹੈ ਬੀਜੇਪੀ ਸਰਕਾਰ ਜਿੱਥੇ ਹੈਗੀਆਂ ਨੇ ਸੂਬਿਆਂ ਦੇ ਵਿੱਚ। ਤਾਂ ਉਹਨਾਂ ਨੇ ਇਹ ਰੁਖ ਅਪਣਾ ਲਿਆ ਕਿ ਕਿਸਾਨਾਂ ਨੂੰ ਹਿੰਸਾਤਮਕ ਬਣਾਓ, ਇਹਨਾਂ ਨੂੰ ਭੜਕਾਓ, ਇਹਨਾਂ ਨੂੰ ਭੜਕਾ ਕੇ ਇਹਨਾਂ ਤੇ ਪਰਚੇ ਦਿਓ, ਅੰਦਰ ਕਰੋ ਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਗੈਰਾ ਜਿਹੜੀਆਂ ਵੱਡੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਪਾਓਗੇ। ਦੇਖੋ ਹਿੰਸਾਤਮਕ ਹੁੰਦੇ ਜਾ ਰਹੇ ਨੇ, ਆਮ ਲੋਕਾਂ ਨੂੰ ਖਤਰਾ ਬਣਦੇ ਜਾ ਰਹੇ ਨੇ, ਸਮਾਜ ਲਈ ਖਤਰਾ ਬਣਦੇ ਜਾ ਰਹੇ ਨੇ। ਤੇ ਉਹਨਾਂ ਨੂੰ ਉਠਾਉਣ ਦਾ ਇੱਥੋਂ ਆਰਡਰ ਪਾਸ ਕਰਵਾਓ, ਧੱਕਾ ਕਰਨ ਦਾ ਆਰਡਰ ਪਾਸ ਕਰਾਓ, ਇੱਥੋਂ ਇਹਨਾਂ ਦੀ ਜਗ੍ਹਾ ਬਦਲਣ ਦਾ ਆਰਡਰ ਪਾਸ ਕਰਾਓ। ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਹੁਣ ਇਸ ਤੇ ਕੰਮ ਕਰ ਰਹੀ ਹੈ। ਔਰ ਆਪਾਂ ਪਹਿਲਾਂ ਵੀ ਕਿਹਾ ਕਿ ਇਹ ਤੇ ਕੰਮ ਹੋਣਾ ਆ। ਔਰ ਦੂਜੀ ਗੱਲ, ਮੰਨ ਲਓ ਇੱਕ ਪਾਸੇ ਕਿ ਪੁਲਿਸ ਵੀ ਕੁਛ ਸਮਾਂ ਸ਼ਾਂਤ ਰਹਿੰਦੀ ਹੈ, ਪਰ ਇਹਨਾਂ ਨੇ ਲੋਕ ਹੁਣ ਆਪਣੇ ਅੰਦੋਲਨ ਦੇ ਵਿੱਚ ਛੱਡੇ ਹੋਏ ਆ ਸੁਖਵਿੰਦਰ ਜੀ। ਜਿਹੜੇ ਨਾਅਰੇ ਤਾਂ ਕਿਸਾਨ ਪੱਖੀ ਲਾਉਂਦੇ ਨੇ, ਗੱਲਾਂ ਵੀ ਕਿਸਾਨ ਪੱਖੀ ਲਾਉਂਦੇ ਨੇ, ਪਰ ਜਿਹੜੀ ਕਾਰਵਾਈ ਹੈ ਉਹ ਸਰਕਾਰ ਪੱਖੀ ਹੁੰਦੀ ਹੈ। ਉਹ ਭਿੜਦੇ ਨੇ, ਆਪ ਉਹ ਮੌਕਾ ਬਚਾ ਕੇ ਨਿਕਲ ਜਾਂਦੇ ਨੇ ਤੇ ਦੂਜੇ ਕਿਸਾਨਾਂ ਨੂੰ ਅੱਗੇ ਕਰ ਲੈਂਦੇ ਨੇ। ਉਹ ਉਦਾਂ ਦੇ ਵੀ ਘੁਸਪੈਠੀਏ ਜਿਹੜੇ ਹੈਗੇ ਨੇ ਉਹ ਐਂਟਰ ਹੋ ਚੁੱਕੇ ਨੇ ਅੰਦੋਲਨ ਦੇ ਵਿੱਚ। ਉਹ ਦਬਾਅ ਬਣਾਉਣ, ਜਿਹੜਾ ਨਿੱਤ ਪ੍ਰਤੀ ਦਬਾਅ ਬਣਦਾ ਜਾ ਰਿਹਾ, ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸਾਨਾਂ ਵੱਲੋਂ, ਉਹ ਸਿਖਰਾਂ ਤੇ ਹੈ ਹੁਣ। ਅੱਗੇ ਚੋਣਾਂ ਵੀ ਆ ਰਹੀਆਂ ਨੇ, ਕਿਸਾਨ ਅੜੇ ਵੀ ਬੈਠੇ ਨੇ ਕਿ 2024 ਤੱਕ ਵੀ ਆ ਜਾਓ, ਚਲੋ ਅਸੀਂ ਤਾਂ ਤਿਆਰ ਆ। ਉਹਨਾਂ ਨੂੰ ਐ ਸੀ ਕਿ ਪਹਿਲਾਂ ਕਿ ਫਸਲਾਂ ਆਣੀਆਂ ਨੇ, ਗਰਮੀ ਆਣੀ ਹੈ, ਕਿੱਥੇ ਤਾਪਮਾਨ ਇੰਨਾ ਹੋਊਗਾ, ਜਾਂ ਸਰਦੀ ਚ ਉੱਠ ਕੇ ਚਲੇ ਜਾਣਗੇ, ਬੇਬਸ ਨੇ। ਉਹ ਚੀਜ਼ ਜਿਹੜੀ ਹੈਗੀ ਆ, ਉਹ ਸਾਰਾ ਕੁਝ ਉਹਨਾਂ ਨੇ ਦੇਖ ਲਿਆ ਕਿ ਏਦਾਂ ਨਹੀਂ ਇਹ ਮੰਨਦੇ। ਤੇ ਹੁਣ ਆਹ ਜਿਹੜੀ ਸ਼ਾਮ ਦਾ ਡੰਡ ਭੇਡ ਸਾਰਾ ਬਣਾਇਆ ਗਿਆ, ਹੁਣ ਆਹ ਧੱਕੇ ਵਾਲੀ ਗੱਲ ਹੈ ਜਿਹੜੀ, ਇਹ ਕੋਰਟਾਂ ਦਾ ਸਹਾਰਾ ਵੀ ਲਿਆ ਜਾਊਗਾ। ਤੇ ਆਹ ਚੀਜ਼ਾਂ ਇਹ ਜਾਣ-ਬੁੱਝ ਕੇ ਕਰਵਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਹੈਗਾ ਦੂਜਿਆਂ ਦੀ ਨਿਗਾਹ ਦੇ ਵਿੱਚ। ਤੁਸੀਂ ਦੇਖਿਆ ਹੀ ਹੋਊਗਾ ਕਿ ਸੋਸ਼ਲ ਮੀਡੀਆ ਔਰ ਜਿਹੜਾ ਜਿਹਨੂੰ ਗੋਦੀ ਮੀਡੀਆ ਵਗੈਰਾ ਕਿਹਾ ਜਾਂਦਾ, ਉਹ ਵੀ ਤੁਸੀਂ ਦੇਖਿਆ ਕਿ ਹੁਣ ਡਿਬੇਟਸ ਵਗੈਰਾ ਵੀ ਕਰਨ ਲੱਗ ਗਿਆ ਕਿ ਕੀ ਅੰਦੋਲਨ ਹਿੰਸਾਤਮਕ ਹੁੰਦਾ ਜਾ ਰਿਹਾ, ਕੀ ਇਹਦੇ ਵਿੱਚ ਹੁਣ ਦੂਜੇ ਲੋਕ ਆ ਗਏ, ਗੁੰਡੇ ਵਗੈਰਾ ਆ ਗਏ ਆ, ਜਾਂ ਏਦਾਂ ਦਾ ਸ਼ਬਦ ਵਰਤ ਕੇ ਉਹਨੂੰ ਬਦਨਾਮ ਕਰਨ ਦੀ। ਔਰ ਖਾਸ ਕਰ ਜਿਵੇਂ ਆਹ ਗੱਲ ਆਈ ਸੀ ਰਾਕੇਸ਼ ਟਿਕੈਤ ਦੇ ਬਿਆਨ ਨੂੰ ਕਿਵੇਂ ਮੀਡੀਆ ਨੇ ਭੇਜਿਆ ਕਿ UN 'ਚ ਜਾਵਾਂਗੇ, ਗੱਲ ਤਾਂ ਕੁਛ ਹੋਰ ਸੀ ਯਾਰ। ਉਧਰਲੇ ਪਾਸੇ ਵੀ ਉਹਨਾਂ ਨੂੰ ਲੱਗਦਾ ਕਿ ਵਰਲਡ ਲੈਵਲ ਦੇ ਉੱਤੇ ਜਿਹੜਾ ਹੈਗਾ ਮੋਦੀ ਦੀ ਛਵੀ ਖਰਾਬ ਨਾ ਹੋਵੇ, ਸਰਕਾਰ ਦੀ ਛਵੀ ਖਰਾਬ ਨਾ ਹੋਵੇ, ਬੀਜੇਪੀ ਦੀ ਛਵੀ ਖਰਾਬ ਨਾ ਹੋਵੇ। ਸੋ ਇਹਨਾਂ ਨੂੰ ਇਹ ਬਦਨਾਮ ਕਰ ਦਿਓ, ਆਪਦੇ ਬੰਦੇ ਉਹ ਕਰੋ। ਮਕਸਦ ਇਹੀ ਹੈ ਸਿਰਫ ਤੇ ਸਿਰਫ ਕਿ ਕਿਸਾਨਾਂ ਨੂੰ ਕਿਸੇ ਤਰੀਕੇ, ਇਹਨਾਂ ਦੇ ਅੰਦੋਲਨ ਨੂੰ ਸਹੀ ਠਹਿਰਾਉਣ ਵਾਲਿਆਂ ਨੂੰ ਜਿਹੜਾ ਗਲਤ ਸਾਬਤ ਕਰ ਦਿਓ, ਤਾਂ ਕਿ ਜਿਹੜਾ ਅੰਦੋਲਨ ਹੈ ਉਹ ਆਪਣੇ ਆਪ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਮੱਠਾ ਪੈਂਦਾ ਜਾਵੇ, ਜਾਂ ਇੱਥੋਂ ਚੱਕਣ ਦੀ ਇਜਾਜ਼ਤ ਮਿਲ ਜੇ ਸਾਡੀ ਛਵੀ ਵੀ ਜਿਹੜੀ ਹੈਗੀ ਆ ਉਹ ਠੀਕ ਰਹੇ। ਜੀ ਸੁਖਵਿੰਦਰ। ਬਿਲਕੁਲ ਬਿਲਕੁਲ, ਸੰਯੁਕਤ ਕਿਸਾਨ ਮੋਰਚੇ ਨੂੰ ਜਾਂ ਕਿਸਾਨ ਜਥੇਬੰਦੀਆਂ ਸ਼ਾਇਦ ਇਸ ਤੇ ਨਜ਼ਰ ਰੱਖ ਰਹੀਆਂ ਨੇ ਕਿ ਕੋਈ ਕਿਸਾਨਾਂ ਦੇ ਨਾਂ ਤੇ ਘੁਸਪੈਠ ਨਾ ਕਰੇ। ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਕਰਦੇ ਨੇ ਕਿ ਜੀ ਕਿਸੇ ਕਿਸਾਨ ਨਾਲ ਏਦਾਂ ਧੱਕਾ ਹੋਇਆ, ਉਹਦੀ ਪੁਣਛਾਣ ਵੀ ਹੋਣੀ ਚਾਹੀਦੀ ਹੈ ਤਾਂ ਕਿ ਕਲੀਅਰ ਹੋਵੇ ਕਿ ਆਖਿਰਕਾਰ ਉਹ ਕਿਸਾਨ ਹੈ ਜਾਂ ਫਿਰ ਉਹ ਕੋਈ ਸਿਆਸੀ ਕਿਸਾਨ ਹੈ, ਕਿ ਕਿਸੇ ਸਿਆਸੀ ਲੋਕ ਦਾ ਥਾਪੜਾ ਕਿਸੇ ਦਾ ਮਿਲਿਆ ਹੋਵੇ ਕਿ ਜਾ ਕੇ ਤੁਸੀਂ ਖਲਲ ਪਾਓ ਉਹਦੇ ਵਿੱਚ ਤਾਂ ਕਿ ਕਿਸਾਨਾਂ ਦੇ ਸਿਰ ਬਦਨਾਮੀ ਆਵੇ। ਇਹਦਾ ਵੀ ਧਿਆਨ ਰੱਖਣਾ। ਪਰਮਿੰਦਰ ਜੀ, ਉਧਰ ਧੂਰੀ ਦੇ ਵਿੱਚ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਦਾ ਵਿਰੋਧ ਹੋਇਆ, ਇੱਕ ਪਿੰਡ ਦੇ ਵਿੱਚ ਗਏ ਸੀ। ਹਾਲਾਂਕਿ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤਾਂ ਆਪਣੀ ਰਿਸ਼ਤੇਦਾਰੀ ਚ ਆਈ ਸੀ, ਔਰ ਰਿਸ਼ਤੇਦਾਰਾਂ ਦੇ ਘਰ ਆਈ ਸੀ, ਅਸੀਂ ਇਸ ਪਿੰਡ ਦੇ ਵਿੱਚ ਜਾਂ ਅਸੀਂ ਇੱਧਰ ਇਲਾਕੇ ਦੇ ਵਿੱਚ 1 ਕਰੋੜ ਰੁਪਇਆ ਵਿਕਾਸ ਤੇ ਲਾਇਆ, ਸਾਡਾ ਵੀ ਹੱਕ ਬਣਦਾ ਅਸੀਂ ਉਹਦਾ ਦੇਖੀਏ ਆ ਕੇ ਕਿ ਕਿੱਥੇ ਲੱਗਿਆ, ਕੀ ਹੋਇਆ, ਲੋਕਾਂ ਪ੍ਰਤੀ ਜਵਾਬ ਦਿਆਂ। ਪਰ ਮੈਂ ਸਵਾਲ ਇਹਦੇ ਵਿੱਚ ਇੱਕ ਹੋਰ ਇਹ ਕਰਨਾ ਚਾਹੁੰਦਾ ਕਿ ਕੀ ਇੱਕ ਵਿਧਾਇਕ ਦਾ ਪੂਰਾ ਪਰਿਵਾਰ ਹੀ ਵਿਧਾਇਕ ਬਣ ਜਾਂਦਾ, ਉਹਨਾਂ ਦੀ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜਾ ਕੇ ਕਿਸੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਰਹੇ ਨੇ ਜਾਂ ਕਿਸੇ ਵਿਕਾਸ ਪ੍ਰੋਜੈਕਟ ਨੂੰ ਦੇਖ ਰਹੇ ਨੇ ਕੀ ਹੋਇਆ ਕੀ ਨਹੀਂ ਹੋਇਆ। ਲੋਕਾਂ ਨੇ ਤਾਂ ਵਿਧਾਇਕ ਨੂੰ ਚੁਣਿਆ ਹੁੰਦਾ, ਜਵਾਬ ਦੇ ਵਿਧਾਇਕ ਹੁੰਦਾ ਹੈ, ਤੇ ਜਦੋਂ ਲੋਕ ਇਹਨਾਂ ਤੋਂ ਜਵਾਬ ਮੰਗਦੇ ਨੇ ਫਿਰ ਇਹ ਕਹਿੰਦੇ ਨੇ ਕਿ ਅਸੀਂ ਸਰਕਾਰੀ ਨਹੀਂ, ਜਵਾਬ ਤੁਸੀਂ ਵਿਧਾਇਕ ਸਾਹਿਬ ਤੋਂ ਮੰਗੋ, ਜਵਾਬ ਤੁਸੀਂ ਸਰਕਾਰ ਤੋਂ ਮੰਗੋ ਜਾ ਕੇ, ਅਸੀਂ ਤਾਂ ਉਹਨਾਂ ਦੇ ਪਰਿਵਾਰ ਦੇ ਲੋਕ ਆ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਇੱਥੇ ਤਾਂ ਸੁਖਵਿੰਦਰ ਆਹੀ ਹੁੰਦਾ ਨਾ, ਜਦੋਂ ਵਿਧਾਇਕ ਬਣ ਜੇ ਕੋਈ, ਤਾਂ ਉਹਦੇ ਅੱਗੇ ਮੁੰਡੇ ਜਾਂ ਉਹਦੀ ਧਰਮ ਪਤਨੀ ਜਾਂ ਕੋਈ ਹੋਰ ਰਿਸ਼ਤੇਦਾਰ ਜਿਹੜੇ ਆਲੇ ਦੁਆਲੇ ਦੇ ਖਾਸ ਹੁੰਦੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਅਪਣਾ ਕੇ, ਕੋਈ ਤਰੀਕਾ ਕਿਸੇ ਤਰ੍ਹਾਂ ਦਾ ਕੋਈ ਢੰਗ ਅਪਣਾ ਕੇ ਉਹਨਾਂ ਨੂੰ ਕੋਈ ਏਦਾਂ ਦਾ ਉਹਦਾ ਦਵਾ ਦਿਆ ਜਾਂਦਾ।
ਕੋਈ ਯੂਥ ਦਾ ਬਣਾਤਾ, ਕੋਈ ਹੋਰ ਬਣਾਤਾ, ਕੋਈ ਜ਼ਿਲ੍ਹੇ ਪੱਧਰ ਤੇ ਬਣਾਤਾ, ਕੋਈ ਬਲਾਕ ਤੇ ਬਣਾਤਾ, ਤੇ ਫਿਰ ਉਹ ਕਹਿੰਦੇ ਨੇ ਕਿ ਇਹ ਹੌਲੀ-ਹੌਲੀ ਉਹਨਾਂ ਨੂੰ ਜਾਣੀ ਕਿ ਸਰਗਰਮ ਕਰਿਆ ਜਾਂਦਾ ਹੈ ਪੋਲੀਟੀਸ਼ੀਅਨਾਂ ਵੱਲੋਂ, ਤੇ ਪੋਲੀਟੀਕਲ ਲਾਈਨ ਦੇ ਵਿੱਚ ਆ ਜਾਣ ਇਹ, ਤੇ ਇਹ ਸਾਡੇ ਤੋਂ ਬਾਅਦ ਇਹ ਨਾਲ-ਨਾਲ ਜਾਂ ਸਾਡੇ ਨਾਲ-ਨਾਲ ਜਿਵੇਂ ਪਤਾ ਹੈ ਪਰਿਵਾਰਵਾਦ ਪਣਪਦਾ ਹੈ ਜਦੋਂ, ਉਦੋਂ ਇਹ ਸਾਰਾ ਕੁਛ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਆਪਣੇ ਬੱਚਿਆਂ ਨੂੰ, ਆਪਣੇ ਘਰ ਦੇ ਰਿਸ਼ਤੇਦਾਰਾਂ ਨੂੰ, ਹੋਰਾਂ ਨੂੰ ਟਿਕਟਾਂ ਦਵਾਉਣੀਆਂ ਅੱਗੇ, ਹੌਲੀ ਹੁਣ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਉਹ ਗੱਲ ਤਾਂ ਇਹੀ ਹੈ ਕਿ ਸੰਵਿਧਾਨਕ ਤੌਰ ਤੇ ਹੱਕ ਇਹਨਾਂ ਨੂੰ ਥੋੜ੍ਹੀ ਹੁੰਦਾ। ਇਹ ਪੰਜਾਬ ਵਿਧਾਇਕ ਨੇ, ਤੇ ਵਿਧਾਇਕ ਜੇ ਕੋਈ ਕੰਮ ਕਰਦਾ ਤਾਂ ਉਹਦੀ ਘਰਵਾਲੀ ਹੋਵੇ ਜਾਂ ਉਹਦਾ ਮੁੰਡਾ ਹੋਵੇ, ਇਹ ਜਾ ਕੇ ਉੱਥੇ ਨਿਰੀਖਣ ਕਿਸ ਹੈਸੀਅਤ ਨਾਲ ਕਰਦੇ ਨੇ ਇਹ ਨਹੀਂ ਪਤਾ। ਇਹਨਾਂ ਕੋਲ ਸੰਵਿਧਾਨਕ ਹੱਕ ਏਦਾਂ ਦਾ ਕੋਈ ਨਹੀਂ ਹੁੰਦਾ। ਲੋਕਾਂ ਕੋਲ ਹੋ ਸਕਦਾ, ਉੱਥੇ ਦੀ ਪੰਚਾਇਤ ਕੋਲ ਹੋ ਸਕਦਾ, ਠੀਕ ਹੈ, ਬਲਾਕ ਸੰਮਤੀ ਜਾਂ ਜ਼ਿਲ੍ਹਾ ਪਰਿਸ਼ਦ ਵਗੈਰਾ ਹੁੰਦੇ ਨੇ, ਉਹਨਾਂ ਕੋਲ ਹੋ ਸਕਦਾ ਵੀ ਕਿਤੇ ਗਲਤ ਕੋਈ ਕੰਮ ਤਾਂ ਨਹੀਂ ਹੋਇਆ, ਗ੍ਰਾਂਟ ਦਾ ਸਹੀ ਉਪਯੋਗ ਹੋਇਆ ਜਾਂ ਨਹੀਂ ਹੋਇਆ। ਤੇ ਜੇ ਏਦਾਂ ਜਾਣਗੇ ਇਹ ਲੋਕ, ਤੇ ਇਹਨਾਂ ਦਾ ਜੇ ਵਿਰੋਧ ਕਰਦੇ ਆ ਲੋਕ, ਤਾਂ ਉਹ ਵਿਰੋਧ ਤਾਂ ਸਹਿਣਾ ਵੀ ਚਾਹੀਦਾ ਇਹਨਾਂ ਨੂੰ। ਉੱਥੇ ਤੁਸੀਂ ਦੇਖਿਆ ਹੀ ਹੈ ਕਿ ਉਹ ਗੋਲਡੀ ਦੀ ਧਰਮ ਪਤਨੀ ਹੈ ਜਿਹੜੀ ਗਈ ਹੈ, ਕਿਸਾਨਾਂ ਨੇ ਵਿਰੋਧ ਕੀਤਾ ਤਾਂ ਆਪ ਵੀ ਧਰਨੇ ਤੇ ਬੈਠ ਕੇ, ਆਪ ਵੀ ਉਹਨਾਂ ਦੇ ਬਰਾਬਰ ਧਰਨਾ ਲਾਤਾ। ਗੱਲ ਇਹ ਨਹੀਂ ਕਿ ਰਿਸ਼ਤੇਦਾਰੀ 'ਚ ਕੋਈ ਜਾਣ ਤੋਂ ਤਾਂ ਕੋਈ ਨਹੀਂ ਰੋਕ ਸਕਦਾ, ਉਹ ਤਾਂ ਵੱਖਰੀ ਗੱਲ ਹੈ। ਪਰ ਜਿਹੜਾ ਨਾਲ ਗੱਲ ਕੀਤੀ ਹੈ ਕਿ ਸਮੀਖਿਆ ਕਰਨ ਗਏ ਹੈ, ਉਹ ਕਿਉਂ ਕਰਨ ਗਏ? ਉਹਨਾਂ ਦਾ ਕੋਈ ਹੱਕ ਤਾਂ ਹੈ ਨਹੀਂ। ਉਹ ਇੱਕ ਲੀਡਰੀ ਚਮਕਾਉਣ ਗਏ ਆ। ਤੇ ਦੂਜੀ ਗੱਲ, ਜਦੋਂ ਕਿਸਾਨਾਂ ਨੇ ਕਿਹਾ ਹੈ, ਉਸ ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਡਾ 3 ਕਾਨੂੰਨਾਂ ਦਾ ਕੋਈ ਫੈਸਲਾ ਨਹੀਂ ਆਉਂਦਾ, ਅਸੀਂ ਕਿਸੇ ਵੀ ਸਿਆਸੀ ਬੰਦੇ ਨੂੰ ਅੰਦਰ ਵੜਨ ਨਹੀਂ ਦੇਣਾ। ਕਿਉਂ ਜਾ ਕੇ ਪੰਗੇ ਲੈਂਦੇ ਹੋ ਤੁਸੀਂ? ਹਮਾਇਤੀਓ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਸੀ ਤਾਂ ਪੈਦਲ ਮਾਰਚ ਵੀ ਕੀਤਾ ਕਿਸਾਨਾਂ ਲਈ, ਆਹ ਕੀਤਾ ਉਹ ਕੀਤਾ। ਫਿਰ ਤੁਸੀਂ ਜਦੋਂ ਉਹਨਾਂ ਨੇ ਕਿਹਾ, ਲੋਕ ਕਹਿ ਰਹੇ ਨੇ ਕਿ ਸਾਡੇ ਕੋਲ ਨਾ ਆਓ, ਤੁਸੀਂ ਧੱਕੇ ਨਾਲ ਜਾ ਕੇ ਪੰਗਾ ਲੈ ਰਹੇ ਹੋ, ਤਾਂ ਉਹ ਮਾੜੀ ਗੱਲ ਹੈ ਨਾ। ਫਿਰ ਉਹ ਮੰਨੋ ਉਹਨਾਂ ਦੀ, ਜਦੋਂ ਵੋਟਾਂ ਉਹ ਪਾ ਰਹੇ ਨੇ ਤਾਂ ਤੁਹਾਨੂੰ ਮਨਾ ਵੀ ਉਹੀ ਕਰ ਰਹੇ ਨੇ। ਤੁਸੀਂ ਕਿਉਂ ਜਾਂਦੇ ਹੋ? ਮਤਲਬ ਕਹਿਣ ਦਾ ਭਾਵ ਹੈ ਉੱਥੇ ਭੇਜ ਕੇ ਆਪਣਾ ਬੰਦਾ, ਇਹ ਵੀ ਹੋ ਸਕਦਾ ਹੈ ਸੁਖਵਿੰਦਰ ਜੀ ਕਿ ਆਪਣਾ ਬੰਦਾ ਭੇਜ ਕੇ ਦੇਖਿਆ ਜਾਵੇ ਕਿ ਵਿਰੋਧ ਹੁੰਦਾ ਕਿ ਨਹੀਂ, ਫਿਰ ਮੈਂ ਜਾ ਕੇ ਉਦਘਾਟਨ ਕਰ ਲਾਂ ਕੋਈ। ਜੀ ਇੱਕ ਗੱਲ ਪਰਮਿੰਦਰ ਜੀ, ਇਹਦੇ 'ਚ ਇਹ ਵੀ ਖਾਸ ਥੋੜੀ ਨਜ਼ਰ ਆਉਂਦੀ ਹੈ ਨਾ ਕਿ ਲੋਕਾਂ ਨੂੰ ਵੀ ਥੋੜਾ ਪਾਰਟੀਬਾਜ਼ੀ ਤੋਂ ਉੱਪਰ ਉੱਠਣਾ ਪੈਣਾ। ਉੱਥੋਂ ਦੀਆਂ ਤਸਵੀਰਾਂ ਜਾਂ ਉੱਥੇ ਕੁਝ ਲੋਕ ਜਿਹੜੇ ਨੇ, ਉਹ ਕਹਿੰਦੇ ਕਾਂਗਰਸੀ, ਜਿਵੇਂ ਸਰਪੰਚ ਹੋ ਗਿਆ ਜਾਂ ਹੋਰ ਹੋ ਗਏ ਲੋਕ, ਉਹ ਕਹਿੰਦੇ ਉਹਨਾਂ ਦੇ ਨਾਲ ਸੀਗੇ, ਗੋਲਡੀ ਉਹਨਾਂ ਦੀ ਪਤਨੀ ਦੇ ਨਾਲ, ਉਹਨਾਂ ਦੇ ਸਮਰਥਨ ਵਿੱਚ ਸੀਗੇ ਕਿ ਨਹੀਂ ਹੋਣਾ ਚਾਹੀਦਾ ਵਿਰੋਧ। ਠੀਕ ਹੈ, ਵਿਰੋਧ ਨਹੀਂ ਹੋਣਾ ਚਾਹੀਦਾ, ਪਰ ਲੋਕਾਂ ਨੂੰ ਵੀ ਸਮਝਣਾ ਪੈਣਾ ਕਿ ਅਸੀਂ ਜੇ ਇੱਕ ਜੰਗ ਲੜ ਰਹੇ ਹਾਂ, ਉਹ ਪਾਰਟੀਬਾਜ਼ੀ ਤੋਂ ਉੱਪਰ ਹੋਣਾ ਚਾਹੀਦਾ ਹੈ। ਜੇ ਬੀਜੇਪੀ ਦੇ ਜਾਂ ਕਿਸੇ ਵੀ ਧਿਰ ਦਾ ਵਿਰੋਧ ਕਰ ਰਹੇ ਆ, ਜ਼ਮੀਨਾਂ ਦਾ ਮਸਲਾ ਆ, ਕਿਸਾਨਾਂ ਦੀਆਂ ਜ਼ਮੀਨਾਂ ਦਾ ਮਸਲਾ ਹੈ, ਉਹ ਕਿਸਾਨ ਨੇ ਉਹ ਆਉਣ ਆ ਕੇ ਉਹਨਾਂ ਨੂੰ ਸਮਰਥਨ ਦੇ ਰਹੇ ਨੇ, ਠੀਕ ਹੈ। ਪਰ ਇਸ ਤਰ੍ਹਾਂ ਜੇ ਉਹ ਵੀ ਪਾਰਟੀਬਾਜ਼ੀ ਦੇ ਵਿੱਚ ਪੈਣਗੇ ਕਿ ਪਿੰਡਾਂ ਦੇ ਵਿੱਚ, ਫਿਰ ਤਾਂ ਧੜੇ ਬਣ ਗਏ ਨਾ। ਇੱਕ ਕਾਂਗਰਸੀ ਹੋ ਗਏ, ਦੂਜੇ ਅਕਾਲੀ ਹੋ ਗਏ, ਉਹ ਆਪਣਾ ਧਰਨਾ ਦੇਣਗੇ, ਫਿਰ ਉਹਨਾਂ ਨੇ ਕਹਿਣਾ ਕਿ ਜੀ ਵਿਰੋਧ ਕਰਨ ਵਾਲੇ ਜਾਂ ਤਾਂ ਅਕਾਲੀ ਸੀ, ਜਾਂ ਆਮ ਆਦਮੀ ਪਾਰਟੀ ਵਾਲੇ ਸੀ, ਜਾਂ ਭਾਜਪਾ ਵਾਲੇ ਸੀ, ਉਹ ਸਾਡੇ ਵਿਰੋਧੀ ਨੇ ਜੀ। ਜੇ ਹੁਣ ਕਿਸੇ ਨੇ ਉੱਥੇ ਕੋਈ ਗਲਤ ਗਾਲ ਕੱਢੀ ਜਾਂ ਕਿਸੇ ਢੰਗ ਦੇ ਨਾਲ ਬੋਲਿਆ, ਮੰਦੀ ਭਾਸ਼ਾ ਬੋਲੀ ਹੈ, ਠੀਕ ਆ, ਉਹਦਾ ਵਿਰੋਧ ਹੋਣਾ ਚਾਹੀਦਾ, ਉਹਦੀ ਪਛਾਣ ਵੀ ਹੋਣੀ ਚਾਹੀਦੀ ਹੈ। ਪੁਲਿਸ ਦੇ ਕੋਲੋਂ ਪਛਾਣ ਦੇ ਕਰਾ ਕੇ ਲੋਕਾਂ ਸਾਹਮਣੇ ਕਲੀਅਰ ਕਰਨ ਕਿ ਇਹ ਵਾਕਈ ਕਿਸਾਨ ਸੀ ਜਾਂ ਫਿਰ ਕਿਸੇ ਪਾਰਟੀ ਦਾ ਬੰਦਾ ਸੀ। ਸੁਖਵਿੰਦਰ, ਜਿਹੜਾ ਦੇਖੋ ਕਾਨੂੰਨ ਸਭ ਦੇ ਲਈ ਬਰਾਬਰ ਹੈ। ਇਸ ਤਾਂ ਆਪਾਂ ਹੁਣ ਸੰਵਿਧਾਨ ਦੀ ਗੱਲ ਕਰ ਰਹੇ ਸੀਗੇ, ਆਪਾਂ ਤਾਂ ਸੰਵਿਧਾਨ ਦੇ ਵਿੱਚ ਸਾਰੇ ਹੀ ਆਉਂਦੇ ਨੇ। ਕੋਈ ਉਹਨਾਂ ਦੇ ਲਈ ਥੋੜੀ ਸੰਵਿਧਾਨ ਹੈ ਕਿ ਜਿਹੜੇ ਵਿਧਾਇਕਾਂ ਦੇ ਘਰ ਦੇ ਮੈਂਬਰ, ਉਹ ਸੰਵਿਧਾਨਕ ਤੌਰ ਤੇ ਆ ਨਹੀਂ ਸਕਦੇ ਤੇ ਅਸੀਂ ਕੁਝ ਵੀ ਕਰ ਦਈਏ, ਏਦਾਂ ਨਹੀਂ। ਗੱਲ ਇਹੀ ਹੈ ਕਿ ਜੇ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ, ਕਾਨੂੰਨ ਨੂੰ ਮੰਨ ਰਹੇ ਹੋ, ਤਾਂ ਕਾਨੂੰਨ ਦੀ ਪਾਲਣਾ ਕਰਨਾ ਤੁਹਾਡਾ ਫਰਜ਼ ਹੈ। ਤਾਂ ਤੁਸੀਂ ਸਾਰਿਆਂ ਨੂੰ ਬਰਾਬਰ ਉਸੇ ਸੰਦਰਭ 'ਚ ਦੇਖੋ ਨਾ। ਇਹ ਨਾ ਕਰੋ ਕਿ ਦੇਖੋ, ਜਿਹੜਾ ਤੁਸੀਂ ਕਿਹਾ ਕਿ ਅਕਾਲੀ ਹੈ ਜਾਂ ਕਾਂਗਰਸੀ ਹੈ, ਇਹਦਾ ਬਲੇਮ ਲਾਉਣਾ, ਇੱਕ ਦੂਜੇ ਦਾ ਦੂਸ਼ਣਬਾਜ਼ੀ ਕਰਨਾ ਜਾਂ ਇੱਕ ਦੂਜੇ ਨੂੰ ਗਲਤ ਕਹਿਣਾ, ਇਹ ਤਾਂ ਪਾਰਟੀਆਂ ਦਾ ਰੁਝਾਨ ਹੈ ਆਪਣਾ। ਇਹ ਤਾਂ ਕਹਿੰਦੇ ਹੀ ਹੁੰਦੇ, ਰਹਿੰਦਾ ਚੱਲਦਾ ਰਹਿੰਦਾ ਇਹ। ਲੇਕਿਨ ਇੱਕ ਗੱਲ ਇੱਥੇ ਇਹ ਵੀ ਕਿ ਪਾਰਟੀਆਂ ਦੇ ਵਿਰੋਧ ਨਾਲੋਂ ਜਦੋਂ ਉਹਨਾਂ ਨੇ ਕਿਹਾ ਕਿ ਕੋਈ ਵੀ ਸਿਆਸੀ ਬੰਦਾ ਇੱਥੇ ਨਾ ਆਵੇ, ਜੇ ਉਹ ਪਿੰਡ ਦੇ ਵਿੱਚ ਬਹੁਤਾਤ ਹੈ ਜਾਂ ਕੋਈ ਵਰਗ ਖਫਾ ਆ, ਦੇਖੋ ਹੁਣ ਕਿਸਾਨ ਵਰਗ ਖਫਾ ਹੈ, ਕਿਸਾਨੀ ਨਾਲ ਜੁੜੇ ਸਾਰੇ ਵਰਗ ਆ ਜਾਂਦੇ ਨੇ। ਆਪਾਂ ਇਹਨਾਂ ਨੂੰ ਖੇਤੀ ਕਾਨੂੰਨ ਦਾ ਨਾਮ ਦਿਆ ਨਾ, ਲੇਕਿਨ ਹੁਣ ਖੇਤੀ ਤਾਂ ਕਿਸਾਨ ਹੀ ਕਰ ਰਿਹਾ ਨਾ। ਕੋਈ ਡਾਕਟਰ ਤਾਂ ਨਹੀਂ ਖੇਤੀ ਕਰ ਰਿਹਾ ਜਾਂ ਇੰਜੀਨੀਅਰ ਤਾਂ ਨਹੀਂ ਖੇਤੀ ਕਰ ਰਿਹਾ ਜਾ ਕੇ, ਕੋਈ ਕਿਤੇ ਦਾ, ਕੋਈ ਕਿਤੋਂ ਦਾ, ਕੋਈ ਕੁਛ। ਲੇਕਿਨ ਕਿਉਂਕਿ ਪ੍ਰਭਾਵਿਤ ਸਾਰਾ ਹੀ ਹੁੰਦਾ, ਇਸੇ ਤਰ੍ਹਾਂ ਸਾਰੇ ਵਰਗ ਪ੍ਰਭਾਵਿਤ ਹੁੰਦੇ। ਪਿੰਡ ਦੇ ਵਿੱਚ ਜਾਂ ਕੋਈ ਖਾਸ ਸ਼ਹਿਰ, ਕਸਬੇ ਦੇ ਵਿੱਚ, ਮੁਹੱਲੇ ਦੇ ਵਿੱਚ ਜੇ ਕੋਈ ਇੱਕ ਖਾਸ ਵਰਗ ਵਿਰੋਧ ਕਰ ਰਿਹਾ ਤਾਂ ਉਹਦੇ ਨਾਲ ਪ੍ਰਭਾਵਿਤ ਤਾਂ ਹੁੰਦਾ ਹੀ ਹੋਊਗਾ, ਉਹ ਏਰੀਆ ਪ੍ਰਭਾਵਿਤ ਹੁੰਦਾ ਹੋਊਗਾ। ਤਾਂ ਉੱਥੇ ਲੋਕਾਂ ਨੂੰ ਲੋਕ ਰਾਏ ਮੰਨਣੀ ਚਾਹੀਦੀ ਹੈ ਨਾ ਕਿ ਲੋਕਾਂ ਨੇ ਕਿਹਾ ਰੁਕ ਜਾਓ। ਪਰ ਇਹਨਾਂ ਨੂੰ ਹੁਣ ਚੋਣਾਂ ਦਿਖ ਰਹੀਆਂ ਨੇ, ਇਹ ਜਾ ਕੇ ਧੱਕਾ ਕਰਨ ਦੇ ਆਪਣੀ ਉੱਥੇ ਹੋਂਦ ਦਿਖਾਉਂਦੇ ਆ ਕਿ ਹੁਣ 4.5 5 ਸਾਲ ਕੀ ਕੀਤਾ ਇਹਨਾਂ ਨੇ। ਬਿਲਕੁਲ।
ਉਦੋਂ ਤਾਂ ਕਿਸੇ ਦੇ ਦੁੱਖ ਸੁੱਖ 'ਚ ਜਾ ਕੇ ਨਹੀਂ ਖੜੇ, ਫ਼ੋਨ ਤੱਕ ਨਹੀਂ ਚੱਕਦੇ, ਕਿਸੇ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ, ਘਰਾਂ 'ਚ ਨਹੀਂ ਵਾੜਿਆ ਤੇ ਅੱਜ ਜਾ ਕੇ ਤੁਹਾਨੂੰ ਬੂਹੇ ਨਜ਼ਰ ਆਉਣ ਲੱਗੇ ਲੋਕਾਂ ਦੇ। ਇਹੀ ਗੱਲਾਂ ਨੇ। ਆਪਾਂ ਵੀ ਗੱਲ ਕੀਤੀ ਸੀ ਕਿ ਅੱਜ ਬੈਰੀਕੇਡ ਕੈਪਟਨ ਸਾਹਿਬ ਨੇ ਲਾਏ ਹੋਏ ਨੇ, ਵੱਡੇ ਤਕੜੇ ਲਾਤੇ ਉੱਥੇ, ਕੋਈ ਅੰਦਰ ਐਂਟਰ ਸੜਕ ਵਾਲੇ ਪਾਸੇ ਨੂੰ ਨਹੀਂ ਜਾ ਸਕਦਾ ਕੋਈ ਬੰਦਾ। ਉਹਨਾਂ ਦੇ ਘਰ ਦੇ 500-700 ਮੀਟਰ ਪਰੇ ਹੀ ਲੱਗ ਗਏ ਬੈਰੀਕੇਡ ਤੋਂ, ਕੋਈ ਬੰਦਾ ਲੰਘ ਵੀ ਨਹੀਂ ਸਕਦਾ। ਤੇ ਉਹ ਚੀਜ਼ ਕਿਉਂ? ਜੇ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਏਦਾਂ ਕਰਨਗੇ, ਫਿਰ ਲੋਕ ਜਾਣਗੇ ਵੀ ਕਿੱਥੇ? ਕਿਹਨੂੰ ਬਿਲਕੁਲ ਕਹਿਣਗੇ ਕੋਈ ਗੱਲ? ਇਹਦਾ ਮਤਲਬ ਤੁਸੀਂ ਪਹਿਲਾਂ ਉਹਨਾਂ ਦੀ ਸਾਰ ਲਈ ਨਹੀਂ, ਅੱਜ ਤਾਂ ਬੰਦ ਕਰ ਰਹੇ ਨੇ ਤੁਹਾਨੂੰ। ਇਹਦੇ 'ਚ ਪਾਰਟੀਬਾਜ਼ੀ ਵਾਲਾ ਤਾਂ ਕੰਮ ਹੀ ਨਹੀਂ ਕੋਈ। ਕੋਈ ਇੱਕ ਭਾਜਪਾ ਦਾ ਬੰਦਾ ਹੁੰਦਾ, ਚਲੋ ਆਪਾਂ ਮੰਨਦੇ ਕਿ ਇਕੱਲੇ ਭਾਜਪਾ ਦੀ ਗੱਲ ਕਰਦੇ ਹਾਂ, ਏਦਾਂ ਨਾ ਕਰੋ ਭਾਈ। ਜੇ ਤੁਹਾਡੇ ਕੰਮ ਕਰੇ ਹੋਏ ਹੋਣਗੇ ਤਾਂ ਤੁਹਾਨੂੰ ਰੋਕ ਹੀ ਨਹੀਂ ਸਕਦਾ ਕੋਈ, ਸੁਖਵਿੰਦਰ ਜੀ। ਉਹਨਾਂ ਨੂੰ ਪਤਾ ਹੈ ਕਿ ਬੰਦੇ 4.5 ਸਾਲ ਹੋ ਗਏ, ਸਾਡੀ ਸਾਰ ਨਹੀਂ ਲਈ, ਕਿਸੇ ਵਿਰੋਧੀ ਧਿਰ ਨੇ ਨਹੀਂ ਆ ਕੇ ਲਈ, ਦੂਜੀਆਂ ਪਾਰਟੀਆਂ ਨੇ ਨਹੀਂ ਲਈ, ਸੱਤਾ ਧਿਰ ਨੇ ਤਾਂ ਲੈਣੀ ਕੀ ਸੀ, ਉਹ ਤਾਂ ਘਰਾਂ 'ਚ ਬੜੇ ਹੋਏ ਸੀਗੇ। ਤੇ ਇਹ ਹੁਣ ਤਾਂ ਕਰਕੇ ਜੇ ਬੰਦ ਕਰ ਰਹੇ ਨੇ ਤਾਂ ਸਾਡਾ ਜਾਣ ਦਾ ਵੀ ਫਰਜ਼ ਨਹੀਂ ਬਣਦਾ। ਸਾਨੂੰ ਕਿਉਂ ਲੋਕਾਂ ਨੂੰ ਭੜਕਾਉਣ ਕੇ ਕਿਉਂ ਹਿੰਸਾ ਪੈਦਾ ਕਰਨੀ ਹੈ, ਕਿਉਂ ਮਾਹੌਲ ਖਰਾਬ ਕਰਨਾ? ਵੇਟ ਕਰ ਲਓ। ਬਿਲਕੁਲ ਬਿਲਕੁਲ। ਜੇ ਤੁਸੀਂ ਲੋਕ ਤੁਹਾਨੂੰ ਚੰਗਾ ਸਮਝਦੇ ਨੇ, ਤੁਸੀਂ ਲੋਕਾਂ ਲਈ ਵਿਕਾਸ ਕੀਤਾ, ਲੋਕਾਂ ਲਈ ਕੰਮ ਕੀਤਾ, ਤਾਂ ਲੋਕ ਤੁਹਾਨੂੰ ਆਪਣੇ ਆਪ ਵੋਟ ਪਾਉਣਗੇ, ਜਾ ਕੇ ਮੰਗਣ ਦੀ ਲੋੜ ਹੀ ਨਹੀਂ। ਤੁਹਾਡੇ ਚਿਹਰੇ ਦੀ ਪਛਾਣ ਹੀ ਲੋਕਾਂ ਦੇ ਵਿੱਚ ਬੜੀ ਹੁੰਦੀ ਹੈ। ਇਹ ਸਮਝਣਾ ਪੈਣਾ ਸਿਆਸੀ ਲੀਡਰਾਂ ਨੂੰ। ਤੇ ਅਗਲੀ ਖਬਰ ਦੀ, ਹੁਣ ਕੁਝ ਹੋਰ ਖਬਰਾਂ ਦੀ ਸਿਆਸਤ ਦੇ ਨਾਲ ਜੁੜੀਆਂ ਜਿਹੜੀਆਂ ਨੇ, ਉਹਨਾਂ ਤੇ ਗੱਲ ਕਰਦੇ ਆ ਪਰਮਿੰਦਰ ਜੀ। ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਭਾਰੂ ਹੁੰਦੀ ਹੈ। ਮਲੋਟ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਨਾਬਾਲਗ ਬੱਚਾ 14 ਸਾਲ ਦਾ ਸੀ, ਕਹਿੰਦੇ ਪਿੰਡ ਦਾ, ਤੇ ਉਹਦੀ ਮੌਤ ਹੁੰਦੀ ਹੈ। ਹੁਣ ਪਿੰਡ ਦੇ ਬਾਹਰ ਜਿਹੜੇ ਪਹਿਰੇ, ਪੁਲਿਸ ਨਾਕੇ ਵੀ ਲਾ ਰਹੀ ਹੈ, ਫੜ ਵੀ ਰਹੀ ਹੈ ਸ਼ੱਕੀਆਂ ਨੂੰ ਜਾਂ ਨਸ਼ਾ ਤਸਕਰਾਂ ਨੂੰ, ਉਹਨਾਂ ਨੂੰ ਫੜਿਆ ਵੀ ਜਾ ਰਿਹਾ। ਪਰ ਸਵਾਲ ਇਹ ਉੱਠਦਾ ਹੈ ਕਿ ਨਸ਼ਾ ਜਿਹੜਾ ਹੁਣ ਤੱਕ ਵਿਕਦਾ ਰਿਹਾ, ਉਹਦੇ ਤੇ ਸਰਪ੍ਰਸਤੀ ਕਿਸ ਦੀ ਸੀ? ਕੀ ਪੁਲਿਸ ਤੇ ਸਿਆਸੀ ਨੈਕਸਸ ਜਿਹੜਾ ਆ ਉਹ ਉੱਥੇ ਕੰਮ ਕਰ ਰਿਹਾ ਸੀ ਤਾਂ ਉਹਦੇ ਪਿੱਛੇ ਕੌਣ ਸੀ? ਇੱਕ ਹੋਰ ਸਵਾਲ ਇਹਦੇ ਨਾਲ ਹੋਰ ਜੁੜਦਾ, ਜਿਹੜੀ ਨਸ਼ੇ ਨੂੰ ਲੈ ਕੇ ਵੱਡੀ ਖਬਰ ਲੱਗੀ ਹੈ ਕਿ 2500 ਕਰੋੜ ਦੀ ਤਸਕਰੀ, ਜਿਹੜੀ ਨਸ਼ੇ ਦੀ, ਹੈਰੋਇਨ ਜਿਹੜੀ ਉਹ ਫੜੀ ਗਈ ਹੈ, ਨਸ਼ੀਲਾ ਪਦਾਰਥ ਕਹਿ ਲਓ, ਉਹ ਫੜਿਆ ਗਿਆ। ਉਹ ਕਿਵੇਂ ਫੜਿਆ ਗਿਆ? ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਉਣਾ ਸੀਗਾ? ਉਹਦੇ ਪਿੱਛੇ ਕੌਣ ਕੌਣ ਸੀ? ਕੀ ਉਹਦੀ ਪਛਾਣ ਹੋਏਗੀ? ਕਿੱਥੇ ਤੱਕ ਉਹਦਾ ਜਾਲ ਵਿਛਿਆ ਆ? ਕਿੰਨੀ ਕੁ ਵਿਕ ਚੁੱਕੀ ਹੈ, ਕਿੰਨੀ ਕੁ ਵਿਕਣੀ ਸੀ? ਕੀ ਇਹ ਹੁਣੇ ਹੀ ਆ, 4.5 ਸਾਲ ਬਾਅਦ ਹੁਣੇ ਹੀ ਇਹ ਕੁਝ ਸਾਹਮਣੇ ਆ ਰਿਹਾ, ਜਾਂ ਪਹਿਲਾਂ ਕਿਉਂ ਨਹੀਂ ਆਇਆ? ਇਹ ਸਵਾਲ ਜਿਹੜੇ ਨੇ ਨਸ਼ਿਆਂ ਨੂੰ ਲੈ ਕੇ ਬਹੁਤ ਨੇ। ਸੁਖਵਿੰਦਰ ਜੀ, ਬਹੁਤ ਗੰਭੀਰ ਮੁੱਦਾ ਹੈ ਇਹਦੇ ਤੇ। ਐਂ ਕਹਿ ਲਓ ਕਿ ਪੂਰਾ ਦੇਸ਼ ਹੀ, ਜਿਹੜਾ ਕਹਿ ਸਕਦੇ ਆਪਾਂ ਕਿ ਉੱਥੋਂ ਆਹ ਜਿਹੜੀ ਸਮਗਲਿੰਗ ਹੈ ਨਸ਼ੇ ਦੀ, ਉਹਦੇ ਵਿੱਚ ਇਹ ਸਮਗਲਰਾਂ ਦੀ ਗ੍ਰਿਫਤ ਵਿੱਚ ਆਇਆ ਹੋਇਆ। ਪਹਿਲਾਂ ਪੰਜਾਬ ਦਾ ਸਭ ਤੋਂ ਮਾੜਾ ਆਪਾਂ ਕਹਿ ਸਕਦੇ ਹਾਂ ਕਿ ਬੁਰਾ ਹਾਲ ਹੋਇਆ, ਪੰਜਾਬ ਦੀ ਨੌਜਵਾਨੀ ਦਾ ਬੁਰਾ ਹਾਲ ਹੋਇਆ। ਬਹੁਤ ਵੱਡੇ ਵੱਡੇ ਆ, ਕਹਿ ਸਕਦੇ ਕਿ ਨਸ਼ਾ ਸਮਗਲਰ ਇੱਥੇ ਸਰਗਰਮ ਨੇ, ਹੁਣ ਵੀ ਸਰਗਰਮ ਨੇ। ਇਹਨੂੰ ਨੱਥ ਪਾਉਣਾ, ਜਿਵੇਂ ਕਹਿ ਲਓ ਕਿ ਸਰਕਾਰਾਂ ਕਹਿੰਦੀਆਂ ਨੇ ਕਿ ਨੱਥ ਪਾਉਣਾ ਬੜਾ ਮੁਸ਼ਕਿਲ ਹੈ। ਕਿਉਂ ਮੁਸ਼ਕਿਲ ਹੈ? ਇਹਦੇ ਤੋਂ ਸਾਫ਼ ਚੀਜ਼ ਤਾਂ ਝਲਕਦੀ ਹੈ ਕਿ ਵੱਡੇ ਪਾਵਰ ਵਿੱਚ ਜਿਹੜੇ ਲੋਕ ਨੇ, ਉਹਨਾਂ ਦਾ ਹੱਥ ਹੈ ਪਿੱਛੇ। ਹੋਰ ਤਾਂ ਕੋਈ ਦੂਜਾ ਕਾਰਨ ਹੀ ਨਹੀਂ ਹੈਗਾ ਸੁਖਵਿੰਦਰ ਜੀ। ਸਰਹੱਦ ਦੇ ਅੰਦਰ ਨਸ਼ੇ ਦੀ ਖੇਪ ਦਾ ਵੜਨਾ ਤੇ ਸੇਫ, ਬਿਲਕੁਲ ਬਕਾਇਦਾ ਤੌਰ ਤੇ ਟਿਕਾਣੇ ਤੇ ਪਹੁੰਚ ਜਾਣਾ, ਔਰ ਇੰਨਾ ਲੰਮਾ ਸਫ਼ਰ ਤੈਅ ਕਰ ਜਾਣਾ, ਇਹ ਐਂ ਕਿਵੇਂ ਹੋ ਸਕਦਾ? ਜੇ ਜੇ ਜਿਹੜੇ ਪਾਵਰ 'ਚ ਨੇ ਲੋਕ, ਚਾਹੇ ਉਹ ਪੁਲਿਸ ਡਿਪਾਰਟਮੈਂਟ ਦੇ ਨੇ, ਚਾਹੇ ਸਿਵਲ ਦੇ ਨੇ, ਚਾਹੇ ਪੋਲੀਟੀਸ਼ੀਅਨ ਨੇ, ਜੇ ਉਹ ਸਰਗਰਮ ਨੇ, ਸੱਚੀ ਮੁੱਚੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈਂਦੇ ਨੇ, ਤਾਂ ਆਹ ਚੀਜ਼ ਨਹੀਂ ਪਨਪ ਸਕਦੀ। ਸਮਗਲਰ ਕਿਵੇਂ ਐਂਟਰ ਕਰ ਸਕਦੇ ਨੇ? ਕਿਵੇਂ ਸਮਗਲਰ ਸਪਲਾਈ ਕਰ ਸਕਦੇ ਨੇ? ਇਹਨੂੰ ਸਪਲਾਈ ਨੂੰ ਕਿਵੇਂ ਤੋੜਿਆ ਜਾਣਾ, ਇਹ ਸਭ ਨੂੰ ਪਤਾ ਹੈ। ਕਿੱਥੋਂ ਟੁੱਟਣੀ ਹੈ, ਇਹ ਪਤਾ ਹੈ। ਗੱਲ ਤਾਂ ਇਹ ਕਿ ਸੁਹਿਰਦ ਹੈਗੇ ਨੇ। ਹੁਣ ਜਿਹੜੀ ਤੁਸੀਂ 2500 ਕਰੋੜ ਦੀ ਹੈਰੋਇਨ ਦੀ ਗੱਲ ਕਰ ਰਹੇ ਹੋ, ਰਸਾਇਣ ਮਿਲਾ ਕੇ ਇਹਨੂੰ ਬਣਾਇਆ ਜਾਂਦਾ ਹੈ। ਅਫਗਾਨਿਸਤਾਨ ਤੋਂ ਕਹਿੰਦੇ ਇਹ ਆਈ ਹੈ, ਤੇ ਬੰਦਰਗਾਹਾਂ ਤੋਂ ਹੁੰਦੀ ਹੋਈ ਇਹ ਮੁੰਬਈ ਦੇ ਰਸਤੇ ਮੱਧ ਪ੍ਰਦੇਸ਼ ਤੇ ਦਿੱਲੀ ਵਾਲੇ ਪਾਸੇ ਹੁੰਦੀ ਹੋਈ ਇਹ ਪੰਜਾਬ ਤੱਕ ਵੀ ਪਹੁੰਚਣੀ, ਜੰਮੂ ਕਸ਼ਮੀਰ ਤੱਕ ਪਹੁੰਚਣੀ ਸੀ। ਛੋਟਾ ਜਿਹਾ ਸਫ਼ਰ ਹੈ ਇਹ। 354 ਕਿਲੋ ਦੀ ਗੱਲ ਚੱਲ ਰਹੀ ਹੈ, ਇਹ ਛੋਟੀ ਖੇਪ ਹੈ ਕਿਤੇ। ਇਹ ਚੀਜ਼ਾਂ ਆਪਾਂ ਫਿਰ ਏਜੰਸੀਆਂ ਕੀ ਕਰ ਰਹੀਆਂ ਨੇ? ਕਿ ਏਜੰਸੀਆਂ ਵੀ ਹਾਂ ਫਲਾਣੇ ਨੂੰ ਕੁੱਟਿਆ, ਜਾਂਚ ਏਜੰਸੀ ਬਿਠਾ ਦਿਓ, ਠੀਕ ਹੈ। ਇਹ ਜਿਹੜੇ ਸੈੱਲ ਬਣਾਏ ਹੁੰਦੇ ਨੇ, ਉਹ ਕੀ ਕਰ ਰਹੇ ਨੇ? ਉਹਨਾਂ ਦਾ ਡਿਊਟੀ ਕੀ ਹੈ? ਉਹਨਾਂ ਦੀ ਉਹ ਪਤਾ ਹੈ ਕਿ ਜੇ ਉੱਪਰੋਂ ਪਾਵਰ ਬੈਠੀ ਹੈ ਕੋਈ ਨਾ ਕੋਈ, ਉਹਨਾਂ ਨੂੰ ਰੋਕ ਰਹੀ ਹੈ ਕੰਮ ਕਰਨ ਤੋਂ, ਤਾਂ ਉਹ ਰੁਕੇ ਹੋਏ ਨੇ।
ਉਹ ਵੀ ਬੇਬਸ ਹੋਣਗੇ ਕਿ ਬੈਠੇ ਆ ਸਾਨੂੰ ਹੀ ਨਾ ਬਦਲੀ ਕਰ ਦੇਣ ਉੱਥੋਂ ਇੱਧਰ। ਇਹ ਵੀ ਤੁਸੀਂ ਦੇਖਿਆ ਹੀ ਹੈ ਨਾ ਕਿ ਜੇ ਕੋਈ ਕੰਮ ਕਰਨ ਵਾਲਾ ਬੰਦਾ ਆਫੀਸਰ ਹੁੰਦਾ ਹੈ ਪ੍ਰਸ਼ਾਸਨ 'ਚ ਜਾਂ ਸਿਵਲ ਪ੍ਰਸ਼ਾਸਨ ਜਾਂ ਪੁਲਿਸ 'ਚ, ਤਾਂ ਉਹਨੂੰ ਬਦਲ ਕੇ ਕਿਤੇ ਐਸੇ ਟਿਕਾਣੇ ਲਾ ਦਿਆ ਜਾਂਦਾ, ਉਹ ਵਿਚਾਰਾ ਸਾਰੀ ਉਮਰ ਖੁੰਝੇ ਲੱਗਿਆ ਬੈਠਾ ਰਹਿੰਦਾ। ਤੇ ਗੱਲ ਤਾਂ ਇਹ ਹੈ ਕਿ ਸਰਕਾਰਾਂ ਜਾਂ ਪੋਲੀਟੀਸ਼ੀਅਨ ਹੈਗੇ ਆ, ਉਹ ਆਪ ਸੁਹਿਰਦ ਨਹੀਂ ਹੈਗੇ, ਗੰਭੀਰ ਨਹੀਂ ਹੈਗੇ। ਇਹ ਐਡੀਆਂ ਵੱਡੀਆਂ ਖੇਪਾਂ ਤੁਸੀਂ ਦੇਖੋ, ਏਦਾਂ ਦੇਸ਼ ਦੇ ਵਿੱਚ ਐਂਟਰ ਹੋ ਜਾਣਾ ਦੂਜੇ ਦੇਸ਼ਾਂ ਦੇ ਵਿੱਚੋਂ, ਸਿਰ ਸਰਹੱਦਾਂ ਦੇ ਉੱਤੇ ਕੀ ਹੋ ਰਿਹਾ ਹੈ, ਕਾਹਦੀਆਂ ਤੁਹਾਡੀਆਂ ਉਹ ਨੇ ਉਹ ਜਿਹੜੀਆਂ ਤੁਸੀਂ ਪੈਣੀ ਨਜ਼ਰ ਰੱਖਦੇ ਹੋ, ਜਿਹੜੇ ਕਹਿੰਦੇ ਸਾਡੀ ਸਿਕਿਉਰਿਟੀ ਬੜੀ ਟਾਈਟ ਹੈ। ਤੇ ਜੇ ਇਹ ਏਦਾਂ ਦੀ ਚੀਜ਼ ਨਹੀਂ ਰੋਕ ਸਕਦੇ ਤੁਸੀਂ ਕਿਵੇਂ ਦੇਸ਼ ਦੀ ਸੁਰੱਖਿਆ ਨੂੰ ਕਹਿ ਸਕਦੇ ਹੋ ਕਿ ਸਾਡੀ ਦੇਸ਼ ਦੀ ਸੁਰੱਖਿਆ ਨੂੰ ਕੋਈ ਸੰਨ ਨਹੀਂ ਲਾ ਸਕਦਾ। ਇਹ ਵੱਡੀਆਂ ਚੀਜ਼ਾਂ ਨੇ ਸੁਖਵਿੰਦਰ ਜੀ, ਇਹਨਾਂ ਤੇ ਤਾਂ ਐਂ ਕਹਿ ਲਓ ਕਿ ਆਪਾਂ ਤਾਂ ਸਿਰਫ ਛੋਟੀ ਜਿਹੀ ਗੱਲ ਕਰ ਸਕਦੇ ਕਿ ਏਦਾਂ ਹੁੰਦਾ ਨਹੀਂ, ਹੋ ਨਹੀਂ ਸਕਦਾ, ਬਟ ਕਰਵਾ ਕੌਣ ਰਿਹਾ ਇਹਨਾਂ ਦੇ ਪਿੱਛੇ ਤੇ ਕਰਨ ਵਾਲੇ ਕੌਣ ਨੇ, ਕਿਹਨਾਂ ਨੂੰ ਫੜਿਆ ਜਾਂਦਾ ਹੈ, ਜਾਂਚ ਵਿੱਚ ਕਿਹਨਾਂ ਨੂੰ ਬਿਠਾਇਆ ਜਾਂਦਾ ਤੇ ਜੇਲ੍ਹਾਂ ਕੱਟ ਕੇ ਕੌਣ ਆ ਜਾਂਦੇ ਨੇ, ਕੌਣ ਬੰਦੇ ਨੇ ਉਹ, ਉਹਨਾਂ ਦਾ ਬੈਕਗਰਾਉਂਡ ਕੀ ਹੈ, ਕਿੱਡੇ ਕੁ ਵੱਡੇ ਸਮਗਲਰ ਨੇ ਉਹ ਤਾਂ ਅੱਗੇ ਕੰਮ ਹੀ ਨੇ। ਉਹਨਾਂ ਦੀ ਜਗ੍ਹਾ ਹੋਰ ਲੈ ਲੈਣੇ ਕਿਸੇ ਨੇ। ਜੇ ਅੱਜ 6-7 ਜਣੇ ਜਿੰਨੇ ਵੀ ਫੜੇ ਗਏ ਨੇ, ਜੇ ਇਹ ਅੰਦਰ ਚਲੇ ਗਏ 10 ਦਿਨਾਂ ਨੂੰ ਨਵੇਂ ਬੰਦੇ ਆ ਜਾਣੇ ਆ। ਲੇਕਿਨ ਜਿੱਥੇ ਗਲਾ ਦੱਬਣਾ, ਜਿੱਥੋਂ ਫੜਨਾ ਹੈ, ਜਿਹਦੀ ਸੰਗੀ ਘੁੱਟਣੀ ਹੈ, ਉਹ ਤਾਂ ਫੇਰ ਬੈਠਾ ਉੱਥੇ। ਉਹਦੇ ਤੱਕ ਪਹੁੰਚਣ ਲਈ ਬਹੁਤ ਵੱਡੀ ਵਿਸ਼ੇਸ਼ ਪਾਵਰ ਹੀ ਚਾਹੀਦੀ ਹੈ ਨਾ। ਉਹ ਚੀਜ਼ ਉਹ ਆਪ ਆਪਾਂ ਕਹਿ ਲਓ ਕਿ ਜਿਵੇਂ ਕੁੱਤੀ ਚੋਰ ਨਾਲ ਲੜੀ ਹੁੰਦੀ ਕਹਿ ਸਕਦੇ ਹਾਂ ਆਪਾਂ, ਉੱਥੇ ਮਿਲੀ ਭੁਗਤ ਹੈ। ਸੋ ਇਹ ਖੇਪਾਂ ਜਿਹੜੀਆਂ ਹੈਗੀਆਂ, ਇਹ ਸਿਰਫ ਇੱਕ ਨਾ ਮਾਤਰ ਹੈ, ਅੱਗੇ ਦਿਖਾਉਣਾ ਵੀ ਹੈਗਾ ਕਿ ਅਸੀਂ ਆਹ ਕੁਛ ਕਰਤਾ। ਚੋਣਾਂ ਦੇ ਵੇਲੇ ਨਸ਼ੇ ਦੀਆਂ ਖੇਪਾਂ ਫੜਨੀਆਂ, ਬੰਦੇ ਅੰਦਰ ਕਰਤੇ। ਲੇਕਿਨ ਜਿਹੜੇ ਬੰਦੇ ਅਸਲ 'ਚ ਆਪਾਂ ਕਹਿ ਲਓ ਕਿ ਸਰਗਣੇ ਨੇ, ਮੁਖੀਆ ਨੇ, ਉਹਨਾਂ ਤੱਕ ਪਹੁੰਚ ਕਰਨੀ ਅਸੰਭਵ ਜਾਪ ਰਹੀ ਹੈ। ਇਹ ਸਿਰਫ ਐਂ ਕਹਿ ਲਓ ਨਿੱਕੀ ਮੋਟੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਚੋਣਾਂ ਜਿੱਤਣ ਵਾਲੇ ਪਾਸੇ ਜਾਣਾ ਚਾਹੁੰਦੇ ਨੇ ਜੀ। ਬਿਲਕੁਲ। ਇਕੱਲਾ ਇਹ ਵੀ ਨਹੀਂ ਕਿ ਚੋਣਾਂ ਜਿੱਤਣ ਤੱਕ ਸੀਮਤ ਜਾਂ ਕਹਿ ਦੇਣ ਕਿ ਅਸੀਂ ਤਾਂ ਜੀ ਵੱਡੇ ਮਗਰਮੱਛਾਂ ਨੂੰ ਵੀ ਹੁਣ ਨੱਥ ਪਾ ਲਈ। ਸਵਾਲ ਤਾਂ ਇਹ ਹੈ ਕਿ ਆਖਿਰਕਾਰ ਬੱਚਾ ਬਾਰਡਰਾਂ ਤੋਂ ਪਾਰ ਹੋ ਕੇ ਪੰਜਾਬ ਦੀਆਂ ਗਲੀਆਂ ਮੁਹੱਲਿਆਂ ਵਿੱਚ ਕਿਵੇਂ ਪਹੁੰਚਦਾ? ਉਹ ਵੀ ਹੈਰੋਇਨ ਵਰਗਾ ਚਿੱਟਾ ਜਿਹਨੂੰ ਕਹਿੰਦੇ ਨੇ ਕਿ ਉਹ ਨਸ਼ਾ ਬਾਰਡਰਾਂ ਤੋਂ ਸਪਲਾਈ ਹੁੰਦਾ ਹੈ। ਜਿਸ ਤਰੀਕੇ ਨਾਲ ਇੱਧਰ ਪੰਜਾਬ ਪੁਲਿਸ ਵੀ ਬੈਠੀ ਹੈ, ਉੱਧਰ ਬਾਰਡਰਾਂ ਤੇ ਸਿਕਿਉਰਿਟੀ ਫੋਰਸ ਬੈਠੀ ਹੈ। ਹਰ ਪਾਸੇ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਹ ਕਿਵੇਂ ਸਪਲਾਈ ਹੋ ਰਿਹਾ, ਕਿ ਕਿੱਥੇ ਵਰਤਿਆ ਜਾ ਰਿਹਾ ਇਹਦਾ ਪੈਸਾ? ਕਰੋੜਾਂ ਦੇ ਵਿੱਚ ਸਮਗਲਿੰਗ ਜਿਹੜੀ ਉਹ ਹੁੰਦੀ ਹੈ, ਇਹਦੀ ਕੀਮਤ 2500 ਕਰੋੜ ਜਿਹੜੀ ਆ ਉਹ ਹੁਣ ਫੜੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਵੱਡੇ ਅਰਬਾਂ ਖਰਬਾਂ ਦਾ ਇਹ ਇੱਕ ਨੈਕਸਸ ਹੈ ਨਸ਼ਿਆਂ ਦਾ, ਜਿਹਦੇ ਉੱਤੇ ਕੰਮ ਹੋ ਰਿਹਾ। ਪਰ ਸ਼ਾਇਦ ਇਸ ਨੂੰ ਲੈ ਕੇ ਪ੍ਰਸ਼ਾਸਨ ਕਹਿ ਲਓ ਜਾਂ ਸਰਕਾਰਾਂ ਸੁੱਤੀਆਂ ਨੇ ਜਾਂ ਜਾਗਣਾ ਨਹੀਂ ਚਾਹੁੰਦੀਆਂ। ਪਰਵਿੰਦਰ ਜੀ, ਨਵਜੋਤ ਸਿੰਘ ਸਿੱਧੂ ਹੋਣਾ ਦਾ ਮਸਲਾ ਅੱਜ ਕੱਲ੍ਹ ਸੁਰਾਂ ਕਾਫੀ ਨਰਮ ਨਜ਼ਰ ਆ ਰਹੀਆਂ ਨੇ। ਕੀ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਕੋਈ ਸੈਟਿੰਗ ਬਹਿ ਗਈ ਹੈ, ਕੈਪਟਨ ਸਾਹਿਬ ਦੇ ਨਾਲ ਕੋਈ ਰਾਜ਼ੀਨਾਮਾ ਹੋ ਚੁੱਕਿਆ, ਕੈਬਨਿਟ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਭਾਗਾਂ ਦੀ ਫੇਰਬਦਲ ਹੋਣੀ ਹੈ, ਜਾਂ ਨਵੀਂ ਕੈਬਨਿਟ ਆ ਰਹੀ ਹੈ ਕਿ ਸਿੱਧੂ ਸਾਹਿਬ ਨੂੰ ਉਧਰ ਐਡਜਸਟ ਕਰਨਾ ਹੈ, ਜਾਂ ਪ੍ਰਧਾਨਗੀ ਦੇਣੀ ਹੈ ਪੰਜਾਬ ਕਾਂਗਰਸ ਦੀ, ਜਿਹੜਾ ਉਹ ਕੇਜਰੀਵਾਲ ਸਾਹਿਬ ਨੂੰ ਵੀ ਹੁਣ ਬੋਲ ਗਏ? ਦੇਖੋ, ਆਪਾਂ ਪਹਿਲਾਂ ਹੀ ਗੱਲ ਕੀਤੀ ਸੀ, ਹੁਣ ਬਾਰ-ਬਾਰ ਇਹ ਗੱਲ ਕਰਨੀ ਚੰਗੀ ਨਹੀਂ ਲੱਗਦੀ ਸੁਖਵਿੰਦਰ ਜੀ, ਕਿ ਹਾਈ ਕਮਾਂਡ ਜਿਹੜੀ ਹੈਗੀ ਆ, ਉਹ ਹਾਈ ਕਮਾਂਡ ਨੇ ਦਿਖਾਤਾ ਕਿ ਉਹ ਹਾਈ ਕਮਾਂਡ ਐਵੇਂ ਨਹੀਂ ਕਿਹਾ ਜਾਂਦਾ ਉਹਨੂੰ, ਉਹ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਤੇ ਸੋਨੀਆ ਗਾਂਧੀ ਨੇ ਜਿਹੜਾ ਆਪਾਂ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਥਾਪੜਾ ਦੇਤਾ ਕਿ ਤੁਸੀਂ ਅੱਗੇ ਆਓ, ਜੋ ਫਾਰਮੂਲਾ ਹੈਗਾ ਸਮਝਾਤਾ, ਤੇ ਪੂਰਾ ਜਿਹੜਾ ਕੰਮ ਕਰਨਾ ਹੈ ਉਸ ਫਾਰਮੂਲੇ ਦੇ ਉੱਤੇ ਉਹਦੀ ਜ਼ਿੰਮੇਵਾਰੀ ਵੀ ਕੈਪਟਨ ਅਮਰਿੰਦਰ ਨੂੰ ਦੇਤੀ ਹੈ। ਤੇ ਜਿਹੜੀਆਂ ਬਾਰ-ਬਾਰ ਟਵੀਟ ਹੁੰਦੇ ਸੀ ਜਾਂ ਬਿਆਨਬਾਜ਼ੀਆਂ ਹੁੰਦੀਆਂ ਸੀ, ਉਹਨਾਂ ਤੇ ਰੋਕ ਲਾਉਣ ਲਈ ਵੀ ਹੁਕਮ ਹੋ ਗਿਆ, ਸਾਰੇ ਚੁੱਪ ਹੋ ਜਾਣਗੇ। ਆਪਾਂ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿ ਜਦੋਂ ਉੱਪਰੋਂ ਹੁਕਮ ਆ ਗਿਆ ਸਭ ਨੇ ਚੁੱਪ ਕਰ ਜਾਣਾ। ਇਹ ਸਿਰਫ ਓਦਾਂ ਲੋਕਾਂ ਨੂੰ ਐਂ ਕਹਿ ਲਓ ਕਿ ਲੋਕਾਂ ਨੂੰ ਭਰਮਾਉਣ ਦੇ ਲਈ, ਲੋਕਾਂ ਨੂੰ ਬੁੱਧੂ ਬਣਾਉਣ ਦੇ ਲਈ ਕਹਿ ਸਕਦੇ ਆ, ਜਾਂ ਮੁੱਖ ਏਜੰਡੇ ਹੁੰਦੇ ਨੇ ਸੁਖਵਿੰਦਰ ਜੀ, ਜਿਨ੍ਹਾਂ ਦਾ ਕੰਮ, ਇਹ ਏਜੰਡਿਆਂ ਦਾ ਕੰਮ ਇਹ ਹੁੰਦਾ ਕਿ ਜਿਹੜੇ ਮੁੱਦੇ ਉੱਠ ਰਹੇ ਨੇ, ਜਿਵੇਂ ਹੁਣ ਪੰਜਾਬ ਵਿੱਚ ਕਾਂਗਰਸ ਨੇ ਕਰਿਆ ਕੀ ਆ, ਉਹਨਾਂ ਮੁੱਦਿਆਂ ਨੂੰ ਲੁਕਾਉਣ ਲਈ ਏਦਾਂ ਦੀਆਂ ਲੜਾਈਆਂ ਆਪਸ ਵਿੱਚ ਘਸਮਾਨ ਛੇੜਦਾ ਜਾਂਦਾ, ਲੋਕਾਂ ਦਾ ਸਾਰਾ ਧਿਆਨ ਇੱਧਰ ਹੋ ਜਾਂਦਾ। ਬਹੁਤ ਸਾਰੇ ਭਗਤ ਬਣ ਜਾਂਦੇ ਨੇ, ਬਹੁਤ ਸਾਰੇ ਵਿਰੋਧੀ ਬਣ ਜਾਂਦੇ ਨੇ, ਤੇ ਉਹ ਸਾਰਾ ਇਹੀ ਚਰਚਾ ਰਹਿ ਜਾਂਦੀ ਹੈ ਮੀਡੀਆ ਦੇ ਵਿੱਚ ਵੀ, ਸਾਰੇ ਪਾਸੇ ਇਹੀ ਚਰਚਾ ਹੋ ਜਾਂਦੀ ਹੈ, ਤੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਹੈਗਾ ਉਹ ਭੜਕਾ ਦਿਆ ਜਾਂਦਾ। ਹੁਣ ਕੇਜਰੀਵਾਲ ਔਰ ਅਕਾਲੀ ਦਲ ਤੇ ਅਟੈਕ ਇੱਕ ਤਰ੍ਹਾਂ ਨਾਲ ਟਵੀਟ ਕਰਕੇ, ਜਿਹੜਾ ਸਿੱਧੂ ਨੇ ਵੀ ਕਹਿਤਾ ਕਿ ਉਹਦੀ ਨਰਮ ਸੁਰ ਹੈਗੀ ਆ, ਉੱਪਰੋਂ ਨਸ ਦੱਬੀ ਗਈ ਹੈ, ਜਿਹੜੀ ਦੱਬਣੀ ਚਾਹੁੰਦਾ ਸੀ ਹਾਈ ਕਮਾਂਡ, ਚੁੱਪ ਕਰਾਉਣਾ ਚਾਹੁੰਦਾ ਸੀ, ਉਹ ਕਰਵਾਤਾ। ਤੇ ਰਹੀ ਗੱਲ ਜਿਹੜੀ ਹੁਣ ਖਬਰਾਂ ਆ ਰਹੀਆਂ ਨੇ,
ਉਹਨਾਂ ਦੇ ਵਿੱਚ ਨਾ ਪ੍ਰਧਾਨ ਦੇ ਉਹਦੇ ਲਈ ਸਿੱਧੂ ਦਾ ਨਾਮ ਆ ਰਿਹਾ। ਖਬਰਾਂ ਤਾਂ ਉਹੀ ਨੇ, ਲਾਉਣ ਵਾਲੇ ਵੀ ਉਹੀ ਨੇ, ਉਹੀ ਅਖਬਾਰਾਂ ਨੇ, ਉਹੀ ਮੀਡੀਆ। ਜਿਹੜਾ 2 ਦਿਨ ਪਹਿਲਾਂ ਕਹਿੰਦਾ ਸੀ ਸਿੱਧੂ ਨੂੰ ਆਹ ਅਹੁਦਾ ਮਿਲ ਜੂ, ਸਿੱਧੂ ਨੂੰ ਉਹ ਅਹੁਦਾ ਮਿਲ ਜੂ, 2 ਦਿਨਾਂ ਬਾਅਦ ਐਲਾਨ ਹੋ ਜਾਣਾ, ਇਹ ਹੋ ਜਾਣਾ। ਉਹੀ ਚੀਜ਼ਾਂ ਸਾਰੀਆਂ ਨੇ, ਉਹੀ ਹੈ। ਹੁਣ ਜਿਹੜਾ ਨਾਮ ਆ ਰਿਹਾ ਕਿ ਫੇਰ ਬਦਲ ਹੋਣਾ ਕੈਪਟਨ ਅਮਰਿੰਦਰ ਨੇ ਨਵੇਂ ਫਾਰਮੂਲੇ ਤਹਿਤ, ਉਹਦੇ ਵਿੱਚ ਪ੍ਰਧਾਨਾਂ ਦੇ ਨਾਮ ਵੀ ਆ ਰਹੇ ਨੇ ਕਿ ਹਿੰਦੂ ਚਿਹਰਾ ਹੀ ਹੋਊਗਾ। 2-3 ਮੰਤਰੀ ਬਦਲੇ ਜਾਣੇ ਨੇ, ਉਹਨਾਂ ਦੇ ਨਾਮ ਵੀ ਅੱਗੇ ਨਸ਼ਰ ਹੋਈ ਜਾ ਰਹੇ ਨੇ, ਮਾਝੇ ਤੋਂ ਹੈ, ਮਾਲਵੇ ਤੋਂ ਆ, ਤੇ 2-3 ਨੂੰ ਹਟਾਉਣਾ ਹੈ, 5 ਨਵੇਂ ਲਾ ਰਹੇ ਨੇ, 3 ਜਣਿਆਂ ਨੂੰ ਹਟਾਉਣਾ ਆ। ਉਹੀ ਹੈ, ਸਾਰਾ ਕੁਛ ਆ ਹੀ ਜਾ ਰਿਹਾ, 1-2 ਦਿਨ ਚ ਕਲੀਅਰ ਵੀ ਹੋ ਜਾਣਾ। ਕਹਿੰਦੇ ਰਾਜਪਾਲ ਨੂੰ ਮਿਲ ਕੇ ਸਹੁੰ ਚੁੱਕ ਸਮਾਗਮ ਲਈ ਟਾਈਮ ਲਿਆ ਜਾ ਰਿਹਾ ਹੈ, ਤੇ ਮੰਗਲ ਜਾਂ ਬੁੱਧਵਾਰ ਸਾਰਾ ਫਾਈਨਲ ਹੋ ਜਾਣਾ ਹੈ। ਗੱਲ ਤਾਂ ਇਹੀ ਹੈ ਸੁਖਵਿੰਦਰ ਜੀ ਕਿ ਇਹ ਫੇਰ ਬਦਲ ਨਾਲ ਪੰਜਾਬ ਦਾ ਕੁਝ ਨਹੀਂ ਸੰਵਰਨਾ। ਕੁਰਸੀ ਲਈ ਲੜ ਰਹੇ ਸੀ, ਉਹ ਸੱਚ ਸਾਹਮਣੇ ਆ ਗਿਆ ਕਿ ਕੁਰਸੀ ਲਈ ਲੜਾਈ ਹੈ, ਲੜਾਈ ਹੋ ਗਈ, ਮੁੱਦਿਆਂ ਤੋਂ ਭਟਕਾਤਾ ਲੋਕਾਂ ਨੂੰ। ਜਿਹੜਾ ਸਮਾਂ ਨਿਕਲਣਾ ਸੀ ਨਿਕਲ ਗਿਆ। ਕੋਈ ਨਾ ਕੋਈ ਹੁਣ ਨਵਾਂ ਚੁਰਲੀ ਛੱਡ ਦੇਣੀ ਹੈ। ਆ ਬਿਜਲੀ ਵਾਲਾ ਕੰਮ ਦੇਖ ਲਓ, ਇਹਨੇ ਹੀ ਉਲਝਾ ਲਿਆ ਕਾਫੀ। ਹੁਣ ਇਹ 4 ਸਾਲ ਪਹਿਲਾਂ ਚਾਹੀਦਾ ਸੀਗਾ, ਤੇ ਅੱਜ ਹੋ ਰਿਹਾ। ਅੱਜ ਬਿਜਲੀ ਦੇ ਮੁੱਦੇ ਤੇ ਸਭ ਬੋਲਣ ਲੱਗ ਗਏ। ਅੱਜ ਨਵਜੋਤ ਸਿੰਘ ਸਿੱਧੂ ਵੀ ਅਟੈਕ ਹੋ ਗਿਆ ਵੀ ਬਿਜਲੀ ਆਏ ਹੋ, ਬਿਜਲੀ ਉਹ। ਗੱਲ ਹੋਣੀ, ਗੱਲ ਤਾਂ ਕਰਨ ਦੀ ਹੈ। ਸੱਤਾ ਦੇ ਵਿੱਚ ਆਏ ਹੋ ਤਾਂ ਕਰਕੇ ਦਿਖਾਉਣਾ ਸੀਗਾ। 4.5 ਸਾਲ ਦਾ ਸਮਾਂ ਲੰਘਾਤਾ, ਹੁਣ 2 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੋਣਾ। ਕੋਈ ਫੇਰ ਬਦਲ ਕਰ ਲਓ, ਕੋਈ ਕੁਛ ਕਰ ਲਓ। ਇਹ ਜਿਹੜੀਆਂ ਕਿਸ਼ੋਰ ਉਹ ਪ੍ਰਸ਼ਾਂਤ ਕਿਸ਼ੋਰ ਦੀਆਂ ਨੀਤੀਆਂ ਨੇ, ਉਹਨਾਂ ਦੇ ਤਹਿਤ ਹੀ ਕੰਮ ਹੋ ਰਿਹਾ ਸੁਖਵਿੰਦਰ ਜੀ। ਮੈਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਵੀ ਵੱਡੀ ਦੱਸਣੀ ਚਾਹੁੰਦਾ। NIS ਪਟਿਆਲਾ, ਨੇਤਾ ਜੀ ਸੁਭਾਸ਼ ਚੰਦਰ ਬੋਸ ਸਪੋਰਟਸ ਇੰਸਟੀਚਿਊਟ ਆ ਜਿਹੜਾ ਪਟਿਆਲਾ ਦੇ ਵਿੱਚ ਸੀਗਾ, ਉਹਦੇ ਵਿੱਚੋਂ 8 ਗੇਮਸ ਜਿਹੜੀਆਂ ਹੈਗੀਆਂ ਉਹ ਬੰਗਲੌਰ ਤੇ ਕਲਕੱਤਾ ਭੇਜੀਆਂ ਜਾ ਰਹੀਆਂ। ਇੱਕ ਪਾਸੇ ਕੈਪਟਨ ਸਾਹਿਬ ਸਪੋਰਟਸ ਯੂਨੀਵਰਸਿਟੀ ਬਣਾਉਣ ਦੀ ਗੱਲ ਕਰਦੇ ਆ। ਸਾਡੇ ਵਿਜੇ ਇੰਦਰ ਸਿੰਗਲਾ ਜੀ ਦਾ ਗੱਲ ਬਿਆਨ ਆਇਆ, ਕਹਿੰਦੇ ਸਕੂਲਾਂ ਦੇ ਵਿੱਚ ਸਮਾਰਟ ਗਰਾਊਂਡ ਤਿਆਰ ਕਰੇ ਜਾਣਗੇ। ਠੀਕ ਹੈ ਜੀ। ਤੇ ਇੱਕ ਪਾਸੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਦੀ ਗੱਲ ਕੀਤੀ ਜਾਂਦੀ ਹੈ, ਉਤਸ਼ਾਹਿਤ ਕੀਤਾ ਜਾਊਗਾ, ਕਬੱਡੀ ਕੱਪ ਕਰਾਏ ਜਾਣਗੇ ਜੀ ਉਹ। ਲੇਕਿਨ ਆਹ ਚੀਜ਼ਾਂ ਜਦੋਂ ਇੱਕ ਪੰਜਾਬ ਦੇ ਕੋਲ ਇਦਾਂ ਦੇ ਇੰਸਟੀਚਿਊਟ ਸੀਗੇ, ਪੰਜਾਬ ਦਾ ਨਾਮ ਜਾਂਦਾ ਸੀ, ਪਟਿਆਲੇ ਦਾ ਨਾਮ ਜਾਂਦਾ ਸੀਗਾ ਕਿ ਉੱਥੇ ਆਹ ਚੀਜ਼ਾਂ ਦੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਓਲੰਪਿਕ ਜਿਹੜੇ ਖੇਡਦੇ ਨੇ ਉਹ ਖਿਡਾਰੀ ਉੱਥੇ ਜਾ ਕੇ ਟ੍ਰੇਨਿੰਗ ਲੈਂਦੇ ਨੇ। ਠੀਕ ਹੈ, ਕੋਚਿੰਗ ਲੈਂਦੇ ਨੇ। ਉਹ ਸਾਰਾ ਕੁਝ ਇੱਥੋਂ ਫੇਰ ਖੋਇਆ ਜਾ ਰਿਹਾ ਪੰਜਾਬ ਦੇ ਹੱਥੋਂ। ਤੇ ਇਹ ਸੁੱਤੇ ਪਏ ਨੇ ਸਾਰੇ ਹੀ। ਕਿਉਂ ਜਾ ਰਹੀਆਂ ਨੇ ਇੱਥੋਂ ਇਹ ਚੀਜ਼ਾਂ? ਜੇ ਕੋਈ ਪੰਜਾਬ ਦੇ ਖਿਡਾਰੀਆਂ ਦੇ ਲਈ, ਪੰਜਾਬ ਦੇ ਨੌਜਵਾਨਾਂ ਦੇ ਲਈ ਕੋਈ ਇੰਸਟੀਚਿਊਟ ਏਦਾਂ ਦਾ ਹੈ ਸੀ, ਇੱਥੇ ਵੱਡੇ ਕੋਚ ਆਉਂਦੇ ਸੀਗੇ ਇਹਨਾਂ ਖੇਡਾਂ ਦੇ ਲਈ ਕੋਚਿੰਗ ਦੇਣ ਦੇ ਲਈ। ਬਾਹਰੋਂ ਵੀ ਕੋਚ ਆਉਂਦੇ ਸੀ, ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ। ਹੁਣ ਉੱਥੇ ਸੁੰਨ ਪਸਰੀ ਹੋਈ ਹੈ। ਸੋ ਇਹਨਾਂ ਚੀਜ਼ਾਂ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਸੀ, ਨਾ ਕਿ ਇਹ ਕੁਰਸੀ ਦੀਆਂ ਲੜਾਈਆਂ ਜਾਂ ਬਿਆਨਬਾਜ਼ੀਆਂ ਕਰਕੇ ਇੱਕ ਦੂਜੇ ਨੂੰ ਚਿੱਕੜ ਉਛਾਲੀ ਜਾਓ। ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਤਾਂ ਬਿਆਨ ਕਰਕੇ, ਜਿਹੜੇ ਦੂਜੀਆਂ ਵਿਰੋਧੀ ਧਿਰਾਂ ਨੇ, ਚਾਹੇ ਕੇਜਰੀਵਾਲ ਚਾਹੇ ਅਕਾਲੀ ਦਲ, ਬਿਆਨਬਾਜ਼ੀ ਕਰਕੇ ਸੱਤਾ ਦੇ ਵਿੱਚ ਪੈਰ ਰੱਖਣ ਦੀ ਗੱਲ ਕਰਨੀ ਹੈ ਉਹਨਾਂ ਨੇ। ਤਾਂ ਕਾਰਗੁਜ਼ਾਰੀ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ। ਜਿਹੜੀ ਪਾਰਟੀ ਦੀ ਸਰਕਾਰ ਹੈ ਉਹਨੇ ਦਿਖਾਉਣਾ ਹੁੰਦਾ ਕਿ ਮੈਂ ਆਹ ਕਾਰਗੁਜ਼ਾਰੀ ਕਰ। ਤੋ ਉਹਦੇ ਵਿੱਚ ਨਾਕਾਮ ਰਹੇ ਨੇ। ਸਾਰੀ ਸਰਕਾਰ ਨਾਕਾਮ ਰਹੀ ਹੈ। ਉਹਦਾ ਜ਼ਿੰਮਾ ਇਕੱਲੇ 1 ਨੂੰ ਜਾਂ 2 ਨੂੰ ਦੇਣਾ ਮੇਰੇ ਖਿਆਲ ਉਹ ਗਲਤ ਹੋਏਗਾ। ਸਾਰਿਆਂ ਦਾ ਆਪਸੀ ਰੋਲ ਹੁੰਦਾ ਸਰਕਾਰ ਦੇ ਵਿੱਚ। ਸਰਕਾਰ ਸਭ ਨੂੰ ਮਿਲ ਕੇ ਬਣਦੀ ਹੈ। ਸੋ ਜੇ ਕੋਈ ਕੰਮ ਹੋਇਆ ਤਾਂ ਸ਼ਾਬਾਸ਼ੀ ਵੀ ਸਾਰਿਆਂ ਦੀ ਹੁੰਦੀ ਹੈ, ਤੇ ਜੇ ਨਹੀਂ ਹੋਇਆ ਤਾਂ ਨਾਕਾਮੀ ਵੀ ਸਾਰਿਆਂ ਦੀ ਹੁੰਦੀ ਹੈ ਜੀ। ਬਿਲਕੁਲ। ਆਖਰੀ ਖਬਰ ਪਰਮਿੰਦਰ ਜੀ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੇ RSS ਦੇ ਮੁਖੀ ਮੋਹਨ ਭਾਗਵਤ ਦੇ DNA ਤੇ ਸਵਾਲ ਚੁੱਕੇ ਸੀ। ਇਰਾਨੀ ਹੋ ਸਕਦਾ ਕਹਿੰਦੇ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਜਥੇਦਾਰ ਸਾਹਿਬ ਆਪਣਾ ਮਜ਼ਾਕ ਨਾ ਬਣਾਓ, ਮਜ਼ਾਕ ਦੇ ਪਾਤਰ ਨਾ ਬਣੋ। ਇਹਨੂੰ ਕਿੱਦਾਂ ਦੇਖ? ਬਿਲਕੁਲ ਤਜਰਬੇ ਦੀ ਗੱਲ ਕਰਤੀ ਹੈ ਮਦਨ ਮੋਹਨ ਮਿੱਤਲ ਨੇ। ਕਹਿੰਦੇ ਤਜਰਬਾ ਉਹਨਾਂ ਦਾ ਜ਼ਿਆਦਾ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੇ ਧਰਮ ਬਾਰੇ ਜਾਂ ਕਿਸੇ ਦੇ ਬਾਰੇ ਪਹਿਲਾਂ ਬੋਲਦੇ ਹੋਵੋਗੇ, ਜਾਂ ਕਿਤਾਬਾਂ ਲਿਖੀਆਂ ਹੁੰਦੀਆਂ ਨੇ, ਜਾਂ ਤੁਸੀਂ ਉਸ ਕੌਮ ਨੂੰ ਜਾਂ ਉਸ ਕੋਈ ਇੱਕ ਪਾਰਟੀਕੂਲਰ ਕਹਿ ਲਓ ਧਰਮ ਦੇ ਨਾਮ ਦੇ ਉੱਤੇ ਕੋਈ ਗੱਲਬਾਤ ਕਰੋਗੇ ਤਾਂ ਤੁਹਾਡਾ ਤਜਰਬਾ ਵੱਡਾ ਹੈ ਤੇ ਤਾਂ ਤੁਸੀਂ ਕਰ ਰਹੇ ਹੋ। ਇਹ ਨਹੀਂ ਜਵਾਬ ਦੇਣਾ ਤਾਂ ਹਰ ਇੱਕ ਦਾ ਹੱਕ ਬਣਦਾ, ਜਵਾਬ ਦੇ ਸਕਦਾ ਅਗਲਾ ਕੋਈ, ਜੇ ਕੋਈ ਗੱਲ ਕਰਦਾ ਕੋਈ। ਤੇ ਉਹ ਤੰਜ ਕੱਸਣਾ ਏਦਾਂ ਦਾ ਕਿ ਛੋਟੀ ਉਮਰ 'ਚ ਮਿਲ ਗਿਆ, ਤੁਸੀਂ ਇਹਨੂੰ ਬਰਕਰਾਰ ਨਹੀਂ ਰੱਖੇ ਸਕੇ, ਇਹਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ ਇਹੋ ਜਿਹੇ ਬਿਆਨਾਂ ਤੋਂ। ਜੇ ਪਹਿਲੀ ਤਾਂ ਗੱਲ ਉੱਥੋਂ ਕੋਈ ਏਦਾਂ ਦੀ ਗੱਲ ਆਉਂਦੀ ਨਹੀਂ। ਇਹ ਮੇਰੇ ਖਿਆਲ ਪਤਾ ਨਹੀਂ ਕਿਸ ਤਰੀਕੇ ਨਾਲ ਬਾਹਰ ਆਈ ਹੈ ਏਦਾਂ ਦੀ ਗੱਲ, ਏਦਾਂ ਦਾ ਬਿਆਨ ਬਾਹਰ ਆਇਆ। ਤੇ ਪਹਿਲੀ ਗੱਲ ਤਾਂ ਉੱਥੋਂ ਕਦੇ ਆਇਆ ਹੀ ਨਹੀਂ ਅੱਜ ਤੱਕ, ਜਾਂ ਗੱਠਜੋੜ ਟੁੱਟ ਗਿਆ ਸ਼ਾਇਦ, ਉਹਦੇ ਕਰਕੇ ਜਿਹੜਾ ਥੋੜਾ ਜਿਹਾ ਖੁੱਲ ਕੇ ਬੋਲਿਆ ਗਿਆ ਜਥੇਦਾਰ ਸਾਹਿਬ ਤੋਂ। ਅਕਾਲੀ ਦਲ ਦਾ ਜਿਹੜਾ ਗੱਠਜੋੜ ਟੁੱਟਿਆ, ਭਾਜਪਾ ਦਾ, ਉਸ ਤੋਂ ਪਹਿਲਾਂ ਤਾਂ ਬਹੁਤ ਬਥੇਰਾ ਕੁਝ ਬੋਲਿਆ ਗਿਆ। ਕਦੇ ਕਿਸੇ ਨੇ ਉਹਨਾਂ ਦੇ ਵਿਰੋਧ 'ਚ ਨਹੀਂ ਬੋਲਿਆ। ਤੇ ਜੇ ਤੁਸੀਂ ਕਿਸੇ ਨੂੰ ਵੀ ਐ ਗੱਲ ਕਰ ਸਕਦੇ ਹੋ, ਭਾਰਤੀ ਤਾਂ ਭਾਰਤੀ ਹੈ ਹੀ ਨੇ, ਇਹਦੇ 'ਚ ਬਿਆਨ ਦੇਣ ਵਾਲੀ ਕਿਹੜੀ ਗੱਲ ਆ?
ਜੇ ਮੋਹਨ ਭਾਗਵਤ ਜੀ ਨੂੰ ਪੁੱਛਿਆ ਜਾਵੇ ਕਿ ਭਾਰਤੀ ਤਾਂ ਭਾਰਤੀ ਨੇ, ਆਹ ਜਿਹੜਾ ਬਿਆਨ ਹੈ ਇਹ ਤੁਹਾਡਾ ਪਹਿਲਾਂ ਹੀ ਇਹੀ ਬਿਆਨ ਤੁਹਾਡਾ ਨਫ਼ਰਤ ਪੈਦਾ ਕਰਦਾ ਹੈ ਕਿ ਤੁਸੀਂ ਪਹਿਲਾਂ ਵੰਡ ਕਰਕੇ ਰੱਖਦੇ ਹੋ। ਤੁਸੀਂ ਦੱਸ ਰਹੇ ਹੋ ਕਿ ਹਾਂ ਇਹ ਅਲੱਗ ਨੇ। ਤੁਸੀਂ ਉਹਨਾਂ ਲੋਕਾਂ ਨੂੰ ਉਤਸ਼ਾਹਿਤ ਕਰਦੇ ਹੋ ਜਿਹੜੇ ਏਦਾਂ ਦੇ ਜ਼ੁਲਮ ਕਰਦੇ ਨੇ ਜਾਂ ਏਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਉਹਨਾਂ ਦੀ ਪਿੱਠ ਥਾਪੜਦੇ ਹੋ ਏਦਾਂ ਦੇ ਬਿਆਨ ਦੇ। ਭਾਰਤੀ ਤਾਂ ਸਾਰੇ ਹੀ ਭਾਰਤੀ ਨੇ, ਲੋਕਾਂ ਦੇ ਵਿੱਚ ਤਾਂ ਕੋਈ ਵੰਡ ਹੈ ਹੀ ਨਹੀਂ। ਜੇ ਕਿਸੇ ਨੇ ਏਦਾਂ ਦਾ ਸ਼ੱਕ ਦੂਰ ਕਰਨਾ ਹੁੰਦਾ ਹੈ ਤਾਂ ਆਪਣਾ ਕਰਵਾ ਲਵੇ DNA ਟੈਸਟ, ਜਿਹਨੇ ਕਰਵਾਉਣਾ ਕਰਵਾ ਲਵੇ। ਆਪਦੀ ਇੱਛਾ ਦੇ ਅਨੁਸਾਰ ਹੋ ਜਾਣਾ ਚਾਹੀਦਾ। ਤੇ ਜੇ ਇਸ ਬਿਆਨ ਨੂੰ ਤੁਸੀਂ ਜੇ ਉਹਦਾ ਜਵਾਬ ਦੇਤਾ ਤੁਹਾਨੂੰ ਭਾਗਵਤ ਨੂੰ ਦੇਤਾ ਤਾਂ ਗਲਤ ਵੀ ਕੀ ਹੈ? ਨੋਰਮਲ ਗੱਲ ਕੀਤੀ ਹੈ, ਜਿੱਦਾਂ ਉਹਨਾਂ ਨੇ ਕੀਤੀ ਹੈ ਇਹਨਾਂ ਨੇ ਨੋਰਮਲ ਗੱਲ ਕੀਤੀ ਹੈ। ਉਹ ਵੀ ਕਿਸੇ ਸੰਸਥਾ ਦੇ ਮੁਖੀ ਨੇ, ਉਹਨਾਂ ਦਾ ਵੀ ਕਿਤੇ ਸਥਾਨ ਹੈ ਵੱਡਾ, ਮੰਨਦੇ ਹੋਣਗੇ ਇਹ ਜਿਹੜੇ ਉਹਨੂੰ ਸੰਸਥਾ ਵੱਡੀ ਮੰਨਦੇ RSS ਨੂੰ, ਮੋਹਨ ਭਾਗਵਤ ਦਾ ਵੱਡਾ ਉੱਚਾ ਸਥਾਨ ਮੰਨਦੇ ਆ। ਤਾਂ ਇੱਧਰਲੇ ਪਾਸੇ ਜਥੇਦਾਰ ਦੀ ਪਦਵੀ ਬਹੁਤ ਵੱਡੀ ਮੰਨੀ ਜਾਂਦੀ ਹੈ। ਬਰਾਬਰਤਾ ਦਾ ਹੀ ਐਵੇਂ ਤਾਂ ਨਹੀਂ ਕਿਸੇ ਨੂੰ ਬਿਠਾ ਦਿੱਤਾ ਜਾਂਦਾ। ਜੇ ਗੱਲ ਤੁਹਾਡੀ ਗੱਲ ਕਰੀਏ ਅਸੀਂ ਵੀ ਜੇ ਤੁਸੀਂ ਤਜਰਬੇ ਦੀ ਗੱਲ ਕਰਦੇ ਹੋ ਤਾਂ ਜੇ ਐਡੀ ਵੱਡੀ ਉੱਚੀ ਦੀ ਪਦਵੀ ਦੇ ਉੱਤੇ ਬੈਠਾ ਜੇ ਬਿਆਨ ਦੇਤਾ ਦੋਵਾਂ ਨੇ ਤਾਂ ਦੋਵਾਂ ਦੀ ਬਿਆਨਬਾਜ਼ੀ ਹੈ। ਇਹਨੂੰ ਨੋਰਮਲ ਲੈ ਲਓ, ਤੁਸੀਂ ਵੀ ਨੋਰਮਲ ਲੈ ਸਕਦੇ ਹੋ। ਜੇ ਤੁਸੀਂ ਉਹਨਾਂ ਦੇ ਬਿਆਨ ਨੂੰ ਨੋਰਮਲ ਲੈਣ ਦੀ ਗੱਲ ਕਰਦੇ ਹੋ, ਇਹਨਾਂ ਦੇ ਬਿਆਨ ਨੂੰ ਤੁਸੀਂ ਨੋਰਮਲ ਲੈ ਲਓ। ਵਿਵਾਦ ਖੜਾ ਕਰਨ ਦੀ ਤਾਂ ਗੱਲ ਕੋਈ ਬਣਦੀ ਨਹੀਂ ਨਾ ਜੀ। ਬਿਲਕੁਲ ਜੀ। ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਸਿਕੰਦਰ ਜੀ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।